ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਦੀ ਹਿਸਟਰੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਰਾਂਗੇ। ਹਾਂਜੀ, ਪੰਜਾਬ ਦੀ ਹਿਸਟਰੀ ਕਿੱਥੋਂ ਸ਼ੁਰੂ ਹੋਈ ਸੀ ਤੇ ਕਿੱਥੇ ਤੱਕ ਚੱਲੀ ਆ, ਮੇਨਲੀ ਪੰਜਾਬ ਦੀ ਹਿਸਟਰੀ ਕਿੱਥੋਂ ਸਟਾਰਟ ਹੋਈ ਸੀ, ਇਹ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਹਾਂ। ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਪੰਜਾਬ ਦੀ ਹਿਸਟਰੀ ਦੇ ਨਾਲ ਰਿਲੇਟਡ, ਇਹ ਸਾਰਾ ਹੀ ਜਿੰਨੇ ਵੀ ਇੰਪੋਰਟੈਂਟ MCQ ਇਸ ਟੌਪਿਕ ਦੇ ਨਾਲ ਬਣ ਸਕਦੇ ਉਹ ਸਾਰੇ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਸੀਂ ਵੀਡੀਓ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਪੰਜਾਬ ਪੁਲਿਸ ਕਾਂਸਟੇਬਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤਿੰਨਾਂ ਹੀ ਪੇਪਰਾਂ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਟੌਪਿਕ ਆ ਸਾਡਾ ਅੱਜ ਦਾ, ਜੋ ਕਿ ਹਿਸਟਰੀ ਆਫ ਪੰਜਾਬ ਤੁਹਾਡੇ ਲਈ ਕਾफ़ी ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ। ਸੋ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ, ਇੱਕ ਵੀ ਕੁਐਸਚਨ ਨਾ ਮਿਸ ਕਰਨਾ, ਕਿਉਂਕਿ ਅਲੱਗ-ਅਲੱਗ ਕੁਐਸਚਨ ਆ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਲਏ ਗਏ ਆ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਪੰਜਾਬ ਦਾ ਇਤਿਹਾਸ ਆਰੰਭ ਹੁੰਦਾ ਹੈ। ਹਾਂਜੀ, ਪੰਜਾਬ ਦਾ ਇਤਿਹਾਸ ਕਿੱਥੋਂ ਸ਼ੁਰੂ ਹੋਇਆ ਸੀ? ਜਦੋਂ ਸਿੰਧ ਘਾਟੀ ਸੱਭਿਅਤਾ ਦੀ ਖੋਜ ਹੋ ਰਹੀ ਸੀ, ਉਸ ਸਮੇਂ ਆਰੀਆਂ ਨੇ ਆ ਕੇ ਆਗਮਨ ਕਰਤਾ। ਪਹਿਲਾਂ ਮਨੁੱਖਾਂ ਦੇ ਮਨ 'ਚ ਇੰਨਾ ਲਾਲਚ ਨਹੀਂ ਸੀਗਾ। ਜਦੋਂ ਸਿੰਧ ਘਾਟੀ ਦੀ ਖੁਦਾਈ ਦੇ ਸਮੇਂ ਚਮਕੀਲੀਆਂ ਚੀਜ਼ਾਂ ਮਿਲ ਰਹੀਆਂ ਸੀਗੀਆਂ, ਚਾਂਦੀ ਦੀਆਂ, ਕਾਂਸੀ ਦੀਆਂ, ਉਸ ਸਮੇਂ ਲਾਲਚ ਆ ਗਿਆ ਮਨੁੱਖਾਂ ਦੇ ਮਨ ਵਿੱਚ। ਫਿਰ ਸਭ ਤੋਂ ਪਹਿਲਾਂ ਆਰੀਆ ਕਬੀਲਾ ਸੀ, ਉਸਨੇ ਆ ਕੇ ਪੰਜਾਬ ਤੇ ਆਗਮਨ ਕਰ ਦਿੱਤਾ। ਭਾਰਤ ਤੇ ਜਾਂ ਭਾਰਤ ਆ ਜੇ ਚਾਹੇ ਪੰਜਾਬ ਆ ਜੇ, ਤਾਂ ਸਭ ਤੋਂ ਪਹਿਲਾਂ ਆਰੀਆ ਨੇ ਆਗਮਨ ਕੀਤਾ ਸੀ। ਠੀਕ ਹੈ, ਤਾਂ ਸਿੰਧ ਘਾਟੀ ਸੱਭਿਆ ਤੋਂ ਪੰਜਾਬ ਦਾ ਜਿਹੜਾ ਇਤਿਹਾਸ ਆ ਉਹ ਸ਼ੁਰੂ ਹੋ ਚੁੱਕਿਆ ਸੀ। ਆਪਸ਼ਨ ਨੰਬਰ ਏ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਸਿੰਧ ਘਾਟੀ ਹਿੰਦ ਉਪ ਮਹਾਨਦੀ ਦੇ ਕਿਹੜੇ ਪਾਸੇ ਸਥਿਤ ਹੈ? ਹਾਂਜੀ, ਸਿੰਧ ਘਾਟੀ ਹਿੰਦ ਉਪ ਮਹਾਨਦੀ ਦੇ ਕਿਹੜੇ ਪਾਸੇ ਸਥਿਤ ਆ? ਤਾਂ ਇਹ ਹੈ ਜੀ ਉੱਤਰ ਪੱਛਮੀ ਭਾਗ ਵਿੱਚ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਸੰਸਾਰ ਦੀ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਕਿਹੜੀ ਹੈ? ਹਾਂਜੀ, ਸੰਸਾਰ ਦੀ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਕਿਹੜੀ ਆ? ਸਿੰਧ ਘਾਟੀ ਦੀ ਸੱਭਿਅਤਾ। ਇਸ ਨੂੰ ਹੜੱਪਾ ਸੱਭਿਅਤਾ ਵੀ ਬੋਲਿਆ ਜਾਂਦਾ, ਇਸ ਨੂੰ ਇੰਡਸ ਸੱਭਿਅਤਾ ਵੀ ਬੋਲਿਆ ਜਾਂਦਾ। ਸੋ ਤੁਸੀਂ ਧਿਆਨ ਰੱਖਣਾ, ਐਗਜ਼ਾਮ ਦੇ ਵਿੱਚ ਕੁਛ ਵੀ ਆ ਸਕਦਾ ਤੁਹਾਨੂੰ। ਨੈਕਸਟ ਹੈ, ਸਿੰਧ ਘਾਟੀ ਦੇ ਖਾਤਮੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਕਾਰਨ ਆ ਜਿਹੜਾ ਸ਼ਾਮਿਲ ਨਹੀਂ ਗਾ? ਦੇਖੋ, ਸਿੰਧ ਘਾਟੀ ਦਾ ਖਾਤਮਾ ਕਿਹਦੇ ਕਾਰਨ ਹੋਇਆ? ਸਭ ਤੋਂ ਪਹਿਲਾਂ ਤਾਂ ਆਰੀਆ ਨੇ ਹਮਲੇ ਕੀਤੇ ਸੀ ਆ ਕੇ। ਠੀਕ ਹੈ, ਫਿਰ ਵਾਤਾਵਰਨ ਦੇ ਵਿੱਚ ਪਰਿਵਰਤਨ ਦੇ ਕਾਰਨ ਹੋ ਗਿਆ। ਉਸ ਤੋਂ ਬਾਅਦ ਭੂਚਾਲ ਦੇ ਕਾਰਨ, ਕਿਉਂਕਿ ਮਿੱਟੀ ਦੀ ਖੁਦਾਈ ਹੀ ਹੋ ਰਹੀ ਸੀ। ਠੀਕ ਹੈ, ਤੇ ਭੂਚਾਲ ਦੇ ਕਾਰਨ ਇਹਦਾ ਖਾਤਮਾ ਹੋ ਗਿਆ। ਪਰ ਵਧੇਰੇ ਜਨਸੰਖਿਆ ਇਸ ਦੇ ਖਾਤਮੇ ਦਾ ਕੋਈ ਕਾਰਨ ਨਹੀਂ ਗਾ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਸਿੰਧ ਘਾਟੀ ਦੇ ਲੋਕ ਕਿਸ ਦੀ ਪੂਜਾ ਕਰਦੇ ਸਨ? ਹਾਂਜੀ, ਸਿੰਧ ਘਾਟੀ ਦੇ ਲੋਕ ਆ ਜਿਹੜੇ, ਸਿੰਧ ਘਾਟੀ ਦੀ ਖੁਦਾਈ ਦੇ ਸਮੇਂ ਜੋ ਸਿੱਕੇ ਮਿਲੇ ਸੀਗੇ, ਉਹਨਾਂ 'ਤੇ ਮੂਰਤਾਂ ਬਣੀਆਂ ਹੋਈਆਂ ਸੀ ਲਾਰਡ ਵਿਸ਼ਨੂੰ ਦੀਆਂ, ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਸਿੰਧ ਘਾਟੀ ਦੇ ਲੋਕ ਲਾਰਡ ਵਿਸ਼ਨੂੰ ਦੀ ਪੂਜਾ ਕਰਦੇ ਸੀ। ਆਪਸ਼ਨ ਈ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ, ਹੜੱਪਾ ਸਾਈਟ ਕਿਸ ਨੇ ਲੱਭੀ? ਹਾਂਜੀ, ਹੜੱਪਾ ਸਾਈਟ ਕਿਸ ਨੇ ਲੱਭੀ? ਇਹ ਦੇਖੋ, ਇਸ ਵੀਡੀਓ ਦੇ ਵਿੱਚ ਨਾ ਆਪਾਂ ਪੂਰੀ ਹਿਸਟਰੀ ਕਵਰ ਅਪ ਕਰਨ ਵਾਲੇ ਹਾਂ, ਕਿੱਥੋਂ ਹਿਸਟਰੀ ਸਟਾਰਟ ਹੋਈ, ਕਿੱਥੇ ਤੱਕ ਕੀ ਕੁਛ ਮੇਨਲੀ ਆਇਆ ਵਾ। ਲਾਸਟ ਤੇ ਮੈਂ ਤੁਹਾਨੂੰ ਸਿੰਧ ਘਾਟੀ ਦੇ ਵਿੱਚ ਪ੍ਰੋਪਰ ਦੱਸਾਂਗੀ, ਸਿੰਧ ਘਾਟੀ ਦੇ ਬਾਰੇ ਪ੍ਰੋਪਰ MCQ ਕਰਵਾਵਾਂਗੀ। ਟੋਟਲ 20 MCQ ਹੋਣਗੇ, ਜਿਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਆਪਾਂ ਕਰਾਂਗੇ। ਹਾਂਜੀ, ਹੜੱਪਾ ਸਾਈਟ ਕਿਸ ਨੇ ਲੱਭੀ? ਜਿਹੜੀ ਹੜੱਪਾ ਸਾਈਟ ਲੱਭੀ ਸੀ ਜਾਂ ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕੀਤੀ ਸੀ, ਤੁਹਾਨੂੰ ਕਿਸੇ ਵੀ ਤਰ੍ਹਾਂ ਆ ਸਕਦਾ, ਇਹ ਕੀਤੀ ਸੀ ਦਿਆਰਾਮ ਸਾਹਨੀ ਨੇ। ਠੀਕ ਹੈ, ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਹੈ। ਦਿਆਰਾਮ ਸਾਹਨੀ ਨੇ ਹੜੱਪਾ ਸਾਈਟ ਜਾਂ ਸਿੰਧ ਘਾਟੀ ਸੱਭਿਅਤਾ ਦੀ ਖੋਜ ਕੀਤੀ ਸੀ। ਨੈਕਸਟ ਹੈ, ਮਨੁੱਖੀ ਵਿਕਾਸ ਦੇ ਕਿਹੜੇ ਸਮੇਂ ਨਾਲ ਸਿੰਧ ਘਾਟੀ ਸੱਭਿਅਤਾ ਸੰਬੰਧਿਤ ਸੀ? ਹਾਂਜੀ, ਮਨੁੱਖੀ ਵਿਕਾਸ ਆ ਜਿਹੜਾ, ਇਹਦੇ ਕਿਹੜੇ ਸਮੇਂ ਦੇ ਨਾਲ ਸਿੰਧ ਘਾਟੀ ਸੱਭਿਅਤਾ ਸੰਬੰਧਿਤ ਸੀਗੀ? ਸਿੰਧ ਘਾਟੀ ਦੇ ਲੋਕ ਨਾ ਲੋਹੇ ਬਾਰੇ ਨਹੀਂ ਜਾਣਦੇ ਸੀ। ਤੁਹਾਨੂੰ ਆ ਸਕਦਾ ਕਿ ਕਿਹੜੀ ਧਾਤ ਤੋਂ ਉਹ ਜਾਣੂ ਨਹੀਂ ਸੀ, ਲੋਹੇ ਤੋਂ ਜਾਣੂ ਨਹੀਂ ਸੀ। ਪਰ ਮਨੁੱਖੀ ਵਿਕਾਸ ਦੇ ਤਾਂਬੇ ਦੇ ਯੁੱਗ ਨਾਲ ਸਿੰਧ ਘਾਟੀ ਸੱਭਿਅਤਾ ਜਿਹੜੀ ਇਹ ਸੰਬੰਧਿਤ ਸੀਗੀ। ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਜੇਹਲਮ ਦਰਿਆ ਦਾ ਪੁਰਾਣਾ ਨਾਮ। ਦੇਖੋ, ਆਪਾਂ ਪੜ੍ਹਦੇ ਹਾਂ ਕਿ ਪੰਜਾਬ ਦਾ ਨਾਮ ਕੀ ਆ? ਪੰਜਾਬ ਕਿਹੜੀ ਭਾਸ਼ਾ ਤੋਂ ਲਿਆ ਵਾ? ਫਾਰਸੀ ਤੋਂ ਲਿਆ ਵਾ। ਇਹਦਾ ਮੀਨਿੰਗ ਕੀ ਆ? ਪੰਜ ਦਰਿਆ। ਤੇ ਪੰਜ ਦਰਿਆ ਕਿਹੜੇ ਆ? ਸਤਲੁਜ, ਰਾਵੀ, ਵਿਆਸ, ਜੇਹਲਮ ਅਤੇ ਚਨਾਬ। ਇਹ ਪੰਜ ਦਰਿਆ ਵਾ। ਠੀਕ ਹੈ, ਤੇ ਇਹਨਾਂ ਪੰਜ ਦਰਿਆਵਾਂ ਬਾਰੇ ਥੋੜ੍ਹਾ ਬਹੁਤਾ ਤੁਹਾਨੂੰ, ਆਪਣੇ ਤਿੰਨ ਤਾਂ ਮੇਨ ਹੀ ਆ ਜਿਹੜੇ ਪੰਜਾਬ ਦੇ ਵਿੱਚ ਵਗਦੇ ਆ, ਜੇਹਲਮ ਤੇ ਚਨਾਬ ਬਾਰੇ ਪਤਾ ਹੋਣਾ ਵੀ ਤੁਹਾਨੂੰ ਬਹੁਤ ਜ਼ਰੂਰੀ ਹੈ। ਠੀਕ ਹੈ, ਸਤਲੁਜ, ਵਿਆਸ, ਰਾਵੀ, ਚਨਾਬ ਅਤੇ ਜੇਹਲਮ, ਇਹਨਾਂ ਤੋਂ ਮਿਲ ਕੇ ਪੰਜਾਬ ਬਣਦਾ ਨਾ ਪੰਜ ਦਰਿਆ। ਤਾਂ ਜੇਹਲਮ ਦਰਿਆ ਦਾ ਪੁਰਾਣਾ ਨਾਮ ਕੀ ਆ?
हाँ जी, झेलम का पुराना नाम आ हाइडोस्पस। ऑप्शन नंबर ईडी इत्थे राइट आंसर है। ठीक है, ये तुसीं ध्यान दे विच रखना। इत्थे सारे ही दरियावां दे आपां पुराने नाम आ जिहड़े डिस्कस करते जावांगे नाल दी नाल। सो तुसीं भी अपना ध्यान च रखना, चाहे लिख लेना। नैक्सट MCQ असीं करदे हां, हड़प्पा किहड़ी नदी दे किनारे वसिया सी? वेरी वेरी इंपॉर्टेंट। हाँ जी, हड़प्पे की गल हो रही है। जिहड़ा हड़प्पा वा किहड़ी नदी के किनारे, देखो हड़प्पा इस टाइम कित्थे आ? पाकिस्तान दे विच। ते इन्हां दे विचों किहड़ी नदी है जिहड़ी इस समय पाकिस्तान दे विच वह रही है, अपने नाल लगदी आ? ये हैगी है रावी। ठीक है, रावी पंजाब के तिन्ना ਜ਼ਿਲ੍ਹਿਆਂ ਵਿੱਚੋਂ लंघ के पाकिस्तान ਦੇ ਵਿੱਚ ਵੜਦੀ ਆ ਤੇ ਰਾਵੀ ਤੇ ਹੀ ਹੜੱਪਾ ਸੱਭਿਅਤਾ ਵਾ ਜਿਹੜੀ ਇਹ ਹੜੱਪਾ ਇੱਕ ਸਥਾਨ ਦਾ ਨਾਮ ਸੀ ਜਿਹੜਾ ਰਾਵੀ ਦੇ ਕੰਢੇ ਵਸਿਆ ਹੋਇਆ ਸੀ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਆਪਸ਼ਨ ਨੰਬਰ ਇੱਥੇ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਹੜੱਪਾ ਯੁੱਗ ਦੀ ਖੋਜ ਫਤਿਹਗੜ੍ਹ ਸਾਹਿਬ ਵਿੱਚ ਕਿੱਥੇ ਲੱਭੀ? हाँ जी, देखो लुधियाने दे विच भी कई जिहड़े स्थान आ लुधियाने जिले दे विच पैंदे आ, उन्हां दी खोज होई सी। ठीक है, हुण इत्थे गल हो रही आ कि हड़प्पा युग दी खोज फतेहगढ़ साहिब विच कित्थे लभी गई? तो ये लभी गई सी संगोल दे विच। ऑप्शन नंबर सस्सा इत्थे राइट आंसर है। ये साडे पंजाब दे ही है। ठीक है, कोटला निहंखां दे विच भी खोज होई सीगी, मोहिंजो दड़ो दे विच भी होई सी। ये भी तुसीं ध्यान दे विच रखना। नैक्सट MCQ आपां करदे हां। हाँ जी, नैक्सट है, भारत विच किन्ने खेत्रां विच सिंध घाटी नूं खोजिया गया? वेरी इंपॉर्टेंट। हाँ जी, SSC के जिहड़े स्टूडेंट्स ने अगे जाके एग्जाम देना ना, उन्हां दे लई काफ़ी ही ज़्यादा इंपॉर्टेंट MCQ है ये कि भारत विच किन्ने खेत्रां दे विच सिंध घाटी की सभ्यता नूं खोजिया गया? किन्ने खेत्रां दे विच खुदाई हुई सी? तां ये खुदाई हुई सी जी 925 खेत्रां दे विच। ऑप्शन आड़ा इत्थे राइट आंसर है। नैक्सट है, कोटला निहंग खान जिथों सिंध घाटी के अवशेष मिले हैं, पंजाब के किहड़े जिले विच है? हाँ जी, कोटला निहंग खाना ये पंजाब के रूपनगर दे विच पैंदा वा। ठीक है, वैसे तुहानूं जे रूपनगर नहीं आउंदा फिर तुसीं संगरूर दी ऑप्शन लगा सकदे हो, पर हुण इस टाइम इत्थे असीं रूपनगर ही लगावांगे। रूपनगर दे विच अवशेष मिले सीगे सिंध घाटी दे कोटला निहंखां विच। नैक्सट है, हेठ लिखियां विच किहड़ी थां सिंध घाटी नाल संबंधित नहीं सी? हाँ जी, सिंध घाटी दे विच देखो काली बंगा की भी खोज की गई, धोलावीरा की भी खोज की गई, संगरूर की भी खोज हुई, पर जलंधर की नहीं हुई। ऑप्शन ईडी इत्थे राइट आंसर है। नैक्सट है, पंजाब विच आर्या दे आउण दा समां की निश्चित किया जाता है? हाँ जी, आर्या सब तो पहला आर्या जो आए सी ना, इतिहास उत्थों ही शुरू होया सी, मतलब कि उत्थों लड़ाइयां शुरू हो गई सी एक तरह नाल। तो पंजाब विच आर्या दे आउण दा जिहड़ा समां सी वो सी जी 1500 ईसा पूर्व। ऑप्शन सस्सा इत्थे राइट आंसर है। नैक्सट है, वेदां विच पंजाब नूं की कहा जाता है? हाँ जी, वेदां दे विच पंजाब नूं संपत सिद्धू बोलिया जाता है। ऑप्शन ईडी इत्थे राइट आंसर है। संपत सिद्धू का मतलब की है? 7 दरियावां दी धरती। ठीक है, पंजाब नूं वेदां दे विच संपत सिद्धू बोलिया गया। तो पेंटापोटामिया का नाम पंजाब नूं यूनानियां ने दिता। पेंटापोटामिया का अर्थ आ 5 दरियावां दी धरती। ठीक है, ये भी तुसीं ध्यान दे विच रखना। तो आव का मतलब की है? 5 प्लस आव, आव 5 पानी। ठीक है, आव का मतलब पानी। तुहानूं किसी भी तरह MCQ घुमा फिरा के आ सकते हो, सो तुसीं ध्यान देना। नैक्सट MCQ असीं करदे हां। हाँ जी, दसराज का युद्ध 10 राजियां दे विच लड़िया गया। हाँ जी, दसराज का युद्ध 10 राजियां दे डैश विच लड़िया गया। किन्ना विच लड़िया गया? सुदास विच लड़िया गया। 10 राजियां ते सुदास दे विच होया सी। ऑप्शन सस्सा इत्थे राइट आंसर है। नैक्सट है, महाभारत का युद्ध कित्थे लड़िया गया? जे कदे तुहानूं आ जांदा ना कि महाभारत दे विच पंजाब नूं की नाम दिता गया सी, तां पंचनंद का नाम दिता गया सी। ये भी तुसीं ध्यान रखना, किसी जगह ते पंचनंद मिलूगा, किसी जगह ते पंज नड़ मिलूगा, मतलब डाड़ा मगर पा के। ठीक है, ये तुसीं ध्यान दे विच रखना। ते महाभारत का जिहड़ा युद्ध आ ये कित्थे लड़िया गया सीगा? कुरुक्षेत्र दे विच। ऑप्शन ईडी इत्थे राइट आंसर है। नैक्सट है जी, वेरी वेरी इंपॉर्टेंट, रावी का वैदिक काल का नाम की सी? हाँ जी, वैदिक काल आ गया जां वेदां दे विच की कहा जाता सी। ठीक है, तो रावी का जां पुराना नाम आ गया। वैसे तो रावी नूं असीं इरावती भी बोल दिंदे आ, इरावती भी किसी जगह ते तुहानूं इहदा नाम लिखिया मिलूगा, पर उन्हें हुण देखो की बोलिया कि रावी का वैदिक काल का नाम की सी, तां वैदिक काल दे विच इस नूं इरावती ही बोलिया जाता सी। ऑप्शन सस्सा इत्थे राइट आंसर है। तो रावी का पुराना नाम उपनाम अजे तां परूसनी आ। ठीक है, हुण तुसीं ये भी ध्यान दे विच रखना।
ਰਾਵੀ ਦਾ ਉਪਨਾਮ ਕੀ ਆ? ਪਰੂਸਣੀ ਆ। ਇੱਥੇ ਸਤੂਦਰੀ ਪਾ ਲਓ। ਸਤਲੁਜ ਦਾ ਉਪਨਾਮ ਸਤੂਦਰੀ ਆ ਤੇ ਬਿਆਸ ਦਾ ਉਪਨਾਮ ਵਿਪਾਸ਼ਾ ਵਾ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਫੈਕਟ ਆ, ਐਗਜ਼ਾਮ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਆ। ਤੇ ਇਹ ਤੁਸੀਂ ਆਪਸ਼ਨ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਆਪਸ਼ਨ ਇਰਾਵਤੀ ਦੀ ਦਿੱਤੀ ਹੈ ਜਾਂ ਪਰੂਸਣੀ ਦੀ ਦਿੱਤੀ ਆ। ਵੈਦਿਕ ਦੇ ਵਿੱਚ ਇਰਾਵਤੀ ਕਿਹਾ ਜਾਂਦਾ ਸੀ। ਠੀਕ ਹੈ, ਤੇ ਸਤੂਦਰੀ ਆ ਜਿਹੜਾ ਸਤਲੁਜ ਦਾ ਨਾਮ ਸੀ। ਇਹ ਸਾਰੇ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਨੈਕਸਟ ਹੈ ਹਾਂਜੀ ਅੱਗੇ ਪਾਰਸ਼ੀਅਨ ਤੇ ਭਾਰਤੀ ਪਾਰਸ਼ੀਅਨ ਰਾਜੇ ਸਾਇਰਸ ਨੇ ਪੰਜਾਬ ਦੀ ਉੱਤਰੀ ਪੱਛਮੀ ਸੀਮਾ ਉੱਤੇ ਹਮਲਾ ਕੀਤਾ। ਹਾਂਜੀ, ਜਿਹੜਾ ਪਾਰਸ਼ੀਅਨ ਰਾਜਾ ਸੀਗਾ ਜਿਸ ਦਾ ਨਾਮ ਸੀ ਸਾਇਰਸ, ਉਸਨੇ ਪੰਜਾਬ ਦੀ ਉੱਤਰ ਪੱਛਮੀ ਸੀਮਾ ਤੇ ਹਮਲਾ ਕੀਤਾ ਸੀ 505 ਈਸਾ ਪੂਰਵ ਦੇ ਵਿੱਚ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ 516 ਈਸਵੀ ਪੂਰਵ ਵਿੱਚ ਕਿਸ ਪਾਰਸ਼ੀਅਨ ਰਾਜੇ ਨੇ ਪੰਜਾਬ ਤੇ ਸਿੰਧ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ? ਹਾਂਜੀ 516 ਈਸਾ ਪੂਰਵ ਦੇ ਵਿੱਚ ਦਰੀਆਸ਼ ਰਾਜੇ ਨੇ ਪੰਜਾਬ ਤੇ ਸਿੰਧ ਨੂੰ ਆਪਣੇ ਸੂਬੇ ਦੇ ਵਿੱਚ ਜਾਂ ਆਪਣੇ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਸੀ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਪਾਰਸ਼ੀਅਨ ਤੇ ਭਾਰਤੀ ਸੱਭਿਅਤਾਵਾਦੀ ਦੇ ਮਿਲਾਪ ਤੋਂ ਕਿਹੜੀ ਲਿਪੀ ਦਾ ਭਾਰਤ ਵਿੱਚ ਆਗਮਨ ਹੋਇਆ? ਹਾਂਜੀ ਪਾਰਸ਼ੀਅਨ ਤੇ ਭਾਰਤੀ ਸੱਭਿਅਤਾਵਾਦੀ ਦੇ ਮਿਲਾਪ ਦੇ ਨਾਲ ਨਾ ਖਰੋਸਠੀ ਲਿਪੀ ਦਾ ਜਨਮ ਹੋਇਆ ਸੀਗਾ ਪੰਜਾਬ ਦੇ ਵਿੱਚ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ ਯੂਨਾਨੀ ਹਾਕਮ ਸਿਕੰਦਰ ਮਹਾਨ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ? ਸਿਕੰਦਰ ਤੇ ਪੋਰਸ ਬਹੁਤ ਹੀ ਫੇਮਸ ਰਾਜੇ ਆ ਜਾਂ ਬਹੁਤ ਹੀ ਫੇਮਸ ਇਹਨਾਂ ਦੀ ਹੈਗੀ ਆ ਸਟੋਰੀ ਆਪਣੇ ਇਤਿਹਾਸ ਦੇ ਵਿੱਚ, ਜਿਹੜੀ ਕਿ ਕਦੇ ਵੀ ਆਪਾਂ ਨੂੰ ਭੁੱਲਦੀ ਨਹੀਂ ਗੀ। ਯੂਨਾਨੀ ਹਾਕਮ ਸੀ ਸਿਕੰਦਰ। ਸਿਕੰਦਰ ਮਹਾਨ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ ਸੀ? 321 ਈਸਾ ਪੂਰਵ ਦੇ ਵਿੱਚ ਕੀਤਾ ਸੀ। ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਤੇ ਅੱਗੇ ਦੇਖਦੇ ਹਾਂ ਜੀ ਨੈਕਸਟ MCQ। ਸਿਕੰਦਰ ਮਹਾਨ ਨੇ ਜੇਹਲਮ ਤੇ ਚਨਾਬ ਦੇ ਵਿਚਕਾਰਲੇ ਦੇ ਇਲਾਕਿਆਂ ਨੂੰ ਜਿੱਤਣ ਮਗਰੋਂ ਇੱਥੋਂ ਦਾ ਰਾਜਪਾਲ ਕਿਸ ਨੂੰ ਬਣਾਇਆ? ਹੁਣ ਮੈਂ ਤੁਹਾਨੂੰ ਉੱਪਰ ਹੀ ਬੋਲਿਆ ਕਿ ਸਿਕੰਦਰ ਤੇ ਪੋਰਸ ਦਾ ਯੁੱਧ ਆ ਜਿਹੜਾ ਸਾਡੇ ਇਤਿਹਾਸ ਦੇ ਵਿੱਚ ਫੇਮਸ ਆ। ਹੁਣ ਤੁਸੀਂ ਸੋਚੋਗੇ ਕਿ ਇੱਥੇ ਮੈਂ ਇਹਦਾ ਆਨਸਰ 'ਚ ਹੀ ਬੋਲ ਰਹੀ ਹਾਂ ਕਿ ਰਾਜਪਾਲ ਵੀ ਰਾਜਾ ਪੋਰਸ ਨੂੰ ਹੀ ਬਣਾਤਾ, ਇਹਦਾ ਕੀ ਮਤਲਬ ਆ? ਤਾਂ ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਆ। ਪਹਿਲਾਂ ਤੁਸੀਂ ਇਹ ਧਿਆਨ ਦਿਓ। ਹੁਣ ਮੈਂ ਤੁਹਾਨੂੰ ਮੀਨਿੰਗ ਸਮਝਾਉਂਦੀ ਹਾਂ। ਦੇਖੋ ਜਿਹੜਾ ਪੋਰਸ ਸੀਗਾ ਇਹ ਪੰਜਾਬ ਦਾ ਰਾਜਾ ਸੀ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਮਤਲਬ ਕਿ ਕਿੰਨਾ ਜ਼ਿਆਦਾ ਉਹਨਾਂ ਦੇ ਵਿੱਚ ਹਮੇਸ਼ਾ ਉਤਸ਼ਾਹ ਰਹਿੰਦਾ ਵਾ, ਕਦੇ ਉਹ ਨੀਵੇਂ ਨਹੀਂ ਹੁੰਦੇ ਕਿਸੇ ਦੇ ਅੱਗੇ, ਹੈ ਨਾ। ਉਸੇ ਤਰ੍ਹਾਂ ਸਿਕੰਦਰ ਆ, ਸਿਕੰਦਰ ਇੰਨਾ ਸ਼ਕਤੀਸ਼ਾਲੀ ਰਾਜਾ ਸੀ ਨਾ, ਜਦੋਂ ਤੋਂ ਇਹ ਤੁਰਿਆ ਸੀਗਾ ਆਪਦੇ ਯੂਨਾਨ ਤੋਂ ਤੁਰਿਆ ਸੀਗਾ, ਉਸ ਸਮੇਂ ਤੋਂ ਜੋ ਵੀ ਰਾਹ ਦੇ ਵਿੱਚ ਆਉਂਦਾ ਸੀ ਉਹਨੂੰ ਹੀ ਲੁੱਟ ਲੈਂਦਾ ਸੀ। ਇੰਨਾ ਲਾਲਚੀ ਤੇ ਸ਼ਕਤੀਸ਼ਾਲੀ ਰਾਜਾ ਸੀਗਾ ਤੇ ਇਹਦੇ ਕੋਲ ਮਤਲਬ ਕਿ ਹਰੇਕ ਰਾਜ ਭਾਗ ਲੁੱਟਦਾ ਆਪਦੇ ਰਾਜ ਦੇ ਵਿੱਚ ਮਿਲਾਉਂਦਾ ਫਿਰ ਇਹ ਜੋ ਵੀ ਰਸਤੇ 'ਚ ਮਿਲਿਆ ਉਹਨੂੰ ਲੁੱਟ ਲੈਣਾ। ਠੀਕ ਹੈ, ਇੱਦਾਂ ਕੰਮ ਕਰਦਾ ਸੀ ਤੇ ਹਰੇਕ ਰਾਜਾ ਇਹਦੇ ਤੋਂ ਡਰਦਾ ਆਪ ਹੀ ਆਪਦੇ ਹਥਿਆਰ ਸੁੱਟ ਕੇ ਕਹਿੰਦਾ ਸੀ ਕਿ ਲੈ ਅਸੀਂ ਆਪ ਹੀ ਤੇਰਾ ਆਪਦਾ ਜੋ ਵੀ ਰਾਜ ਭਾਗ ਆ ਤੇਰੇ ਰਾਜ 'ਚ ਮਿਲਾ ਦਿੰਦੇ ਹਾਂ, ਪਰ ਸਾਨੂੰ ਨਾ ਤੂੰ ਮਾਰੀ। ਠੀਕ ਹੈ, ਆਪ ਹੀ ਸੁੱਟ ਕੇ ਹਥਿਆਰ ਖੜੇ ਹੋ ਜਾਂਦਾ ਸੀ। ਪਰ ਜਦੋਂ ਪੋਰਸ ਦੇ ਨਾਲ ਆਇਆ ਤਾਂ ਪੋਰਸ ਨੇ ਕੀ ਕੀਤਾ? ਆਪਦੇ ਹਥਿਆਰ ਨਹੀਂ ਛੱਡੇ ਸੀਗੇ। ਜਦੋਂ ਸਿਕੰਦਰ ਦਾ ਸਾਹਮਣਾ ਪੋਰਸ ਦੇ ਨਾਲ ਹੋਇਆ ਤਾਂ ਪੋਰਸ ਨੂੰ ਉਹਨੇ ਅੱਗੋਂ ਸਿਕੰਦਰ ਨੇ ਪੁੱਛਿਆ ਕਿ ਮੇਰੇ ਸਾਹਮਣੇ ਤਾਂ ਸਾਰੇ ਰਾਜੇ ਆਪਦਾ ਹਥਿਆਰ ਸੁੱਟ ਦਿੰਦੇ ਆ ਤੇ ਤੂੰ ਕਿਉਂ ਨਹੀਂ ਸੁੱਟੇ, ਵੀ ਤੂੰ ਕਿਉਂ ਨਹੀਂ ਮੇਰੇ ਤੋਂ ਡਰਿਆ? ਉਹ ਕਹਿੰਦਾ ਇੱਕ ਰਾਜੇ ਦਾ ਕੰਮ ਆਪਦੀ ਪ੍ਰਜਾ ਦੀ ਰੱਖਿਆ ਕਰਨਾ। ਪੋਰਸ ਨੇ ਅੱਗੋਂ ਜਵਾਬ ਦਿੱਤਾ ਤੇ ਮੈਂ ਆਪਦੀ ਪ੍ਰਜਾ ਦੀ ਰੱਖਿਆ ਕਿਤੇ ਕਰੂੰਗਾ, ਮਰਦੇ ਦਮ ਤੱਕ ਕਰੂੰਗਾ। ਤੇ ਇੱਕ ਰਾਜੇ ਦਾ ਕੰਮ ਆ ਯੁੱਧ ਕਰਨਾ ਤੇ ਮੈਂ ਤੇਰੇ ਨਾਲ ਯੁੱਧ ਵੀ ਕਰੂੰਗਾ। ਮੈਨੂੰ ਪਤਾ ਵੀ ਮੈਂ ਹਾਰ ਜਾਣਾ ਪਰ ਫਿਰ ਵੀ ਮੈਂ ਤੇਰੇ ਨਾਲ ਯੁੱਧ ਕਰੂੰਗਾ। ਤੇ ਦੋਨਾਂ ਦੇ ਵਿਚਕਾਰ ਯੁੱਧ ਹੋਇਆ, ਪੋਰਸ ਹਾਰ ਗਿਆ। ਫਿਰ ਸਿਕੰਦਰ ਨੇ ਬੋਲਿਆ ਹੁਣ ਤੂੰ ਹੀ ਦੱਸ ਤੇਰੇ ਨਾਲ ਕੀ ਕੀਤਾ ਜਾਵੇ? ਤਾਂ ਪੋਰਸ ਨੇ ਅੱਗੋਂ ਜਵਾਬ ਦਿੱਤਾ ਕਿ ਉਹੀ ਕਰਨਾ ਚਾਹੀਦਾ ਤੈਨੂੰ ਜਿਹੜਾ ਇੱਕ ਰਾਜੇ ਨੂੰ ਰਾਜੇ ਨਾਲ ਕਰਨਾ ਚਾਹੀਦਾ। ਤੇ ਉਹ ਇੰਨਾ ਜ਼ਿਆਦਾ ਸਿਕੰਦਰ ਇੰਪ੍ਰੈਸ ਹੋਇਆ, ਉਹ ਜਿਹੜੇ ਉਹਨਾਂ ਨੇ ਇਲਾਕੇ ਜਿੱਤੇ ਸੀ ਉਹ ਵੀ ਪੰਜਾਬ ਦੇ ਵਿੱਚ ਮਿਲਾ ਕੇ ਉੱਥੋਂ ਵਾਪਸ ਚਲਿਆ ਗਿਆ ਤੇ ਉਹਨਾਂ ਦਾ ਰਾਜਪਾਲ ਬਣਾਤਾ ਉਹਨੇ ਰਾਜਾ ਪੋਰਸ ਨੂੰ। ਠੀਕ ਹੈ, ਇਹ ਕਹਾਣੀ ਸੀ ਇਹਨਾਂ ਦੀ। ਨੈਕਸਟ ਹੈ ਸਿੰਧ ਖੇਤਰ ਵਿੱਚ ਸਿਕੰਦਰ ਨੇ ਆਪਣਾ ਉੱਤਰਾਧਿਕਾਰੀ ਕਿਹਨੂੰ ਬਣਾਇਆ? ਹਾਂਜੀ ਸਿੰਧ ਖੇਤਰ ਦੇ ਵਿੱਚ ਫਿਰ ਉਹਨੇ ਆਪਣਾ ਉੱਤਰਾਧਿਕਾਰੀ ਬਣਾਇਆ ਪਾਇਥਨ ਨੂੰ। ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਪਾਇਥਨ ਇੱਥੇ ਹੋੜਾ ਆਉਣਾ ਵਾ ਥੌਨ ਤੇ। ਨੈਕਸਟ ਪੰਜਾਬ ਤੇ ਸਿੰਧ ਦੇ ਯੂਨਾਨੀ ਸ਼ਾਸਕ ਈਓਡੈਮਸ ਤੇ ਪਾਇਥਨ ਕਦੋਂ ਵਾਪਸ ਯੂਨਾਨ ਮੁੜੇ? ਹਾਂਜੀ ਪੰਜਾਬ ਤੇ ਸਿੰਧ ਦੇ ਯੂਨਾਨੀ ਸ਼ਾਸਕ ਸੀਗੇ ਈਓਡੈਮਸ ਤੇ ਪਾਇਥਨ। ਇਹ ਕਦੋਂ ਵਾਪਸ ਯੂਨਾਨ ਚਲੇ ਗਏ ਸੀ? 316 ਈਸਾ ਪੂਰਵ ਦੇ ਵਿੱਚ। ਹੁਣ ਇੱਥੇ 316 ਦੀ ਆਪਸ਼ਨ ਨਹੀਂ, ਬਾਈ ਮਿਸਟੇਕ ਨਹੀਂ ਐਡ ਹੋਈ ਹੋਣੀ ਮੇਰੇ ਤੋਂ। 316 ਈਸਾ ਪੂਰਵ ਦੇ ਵਿੱਚ ਗਏ ਸੀ। ਨੈਕਸਟ ਹੈ ਕਿਹੜੇ ਮਹਾਮੰਤਰੀ ਨੇ
ਚੰਦਰਗੁਪਤ ਮੌਰੀਆ ਦੀ ਮੌਰੀਆ ਸਾਮਰਾਜ ਦੀ ਸਥਾਪਤੀ ਵਿੱਚ ਸਹਾਇਤਾ ਕੀਤੀ ਸੀ। ਹਾਂਜੀ, ਹੁਣ ਇੱਥੇ ਆ ਗਿਆ ਚੰਦਰਗੁਪਤ ਮੌਰੀਆ, ਤੁਹਾਨੂੰ ਬਹੁਤ ਮਤਲਬ ਕਿ ਇੰਪੋਰਟੈਂਟ ਹੈ ਤੁਹਾਡੇ ਲਈ। ਕਿਹੜੇ ਮਹਾਮੰਤਰੀ ਨੇ ਚੰਦਰਗੁਪਤ ਮੌਰੀਆ ਦੀ ਮੌਰੀਆ ਸਾਮਰਾਜ ਦੀ ਸਥਾਪਤੀ ਵਿੱਚ ਸਹਾਇਤਾ ਕੀਤੀ ਸੀ? ਕੌਟਲਿਆ ਨੇ ਕੀਤੀ ਸੀ। ਆਪਸ਼ਨ ਨੰਬਰ ਸੱਸਾ ਇੱਥੇ ਈੜੀ ਇੱਥੇ ਰਾਈਟ ਆਨਸਰ ਹੈ ਕੌਟਲਿਆ। ਕੌਟਲਿਆ ਨੂੰ ਨਾ ਆਪਾਂ ਚਾਣਕਿਆ ਵੀ ਬੋਲ ਦਿੰਦੇ ਆ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਰਥ ਸ਼ਾਸਤਰ ਤੁਹਾਨੂੰ ਆ ਸਕਦਾ ਪ੍ਰਸਿੱਧ ਅਰਥ ਸ਼ਾਸਤਰ ਕਿਹਨਾਂ ਨੇ ਲਿਖਿਆ ਸੀ? ਕੌਟਲਿਆ ਨੇ ਲਿਖਿਆ ਸੀ। ਨੈਕਸਟ ਹੈ ਚੰਦਰਗੁਪਤ ਮੌਰੀਆ ਦੀ ਰਾਜਧਾਨੀ ਪਾਟਲੀਪੁੱਤਰ ਨੂੰ ਅੱਜ ਕੱਲ੍ਹ ਕੀ ਕਹਿੰਦੇ? ਹਾਂਜੀ, ਚੰਦਰਗੁਪਤ ਮੌਰੀਆ ਦੀ ਰਾਜਧਾਨੀ ਸੀਗੀ ਪਾਟਲੀਪੁੱਤਰ। ਇਸ ਨੂੰ ਅਸੀਂ ਕੀ ਬੋਲਦੇ ਹਾਂ? ਪਟਨਾ। ਪਟਨਾ ਕੀ ਆ? ਬਿਹਾਰ ਦੀ ਕੈਪੀਟਲ ਆ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਪੰਜਾਬ ਵਿੱਚ ਚੰਦਰਗੁਪਤ ਮੌਰੀਆ ਨੇ ਸਿਕੰਦਰ ਦੇ ਕਿਹੜੇ ਉੱਤਰਾਧਿਕਾਰੀ ਨੂੰ ਹਰਾਇਆ? ਹਾਂਜੀ, ਪੰਜਾਬ ਦੇ ਵਿੱਚ ਚੰਦਰਗੁਪਤ ਮੌਰੀਆ ਨੇ ਸਿਕੰਦਰ ਦੇ ਉੱਤਰਾਧਿਕਾਰੀ ਨੂੰ ਹਰਾਇਆ ਸੀ। ਤਾਂ ਕਿਹੜਾ ਸੀ ਸਿਕੰਦਰ ਦਾ ਉੱਤਰਾਧਿਕਾਰੀ ਪੰਜਾਬ ਦੇ ਵਿੱਚ? ਸਲਿਊਸਿਸ ਸੀਗਾ। ਆਪਸ਼ਨ ਨੰਬਰ ਈਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਹਾਂਜੀ, ਗਲਤ ਕਥਨ ਲੱਭਣਾ। ਉਹਨਾਂ ਨੇ ਲਿਖਿਆ ਅਸ਼ੋਕਾ ਮਹਾਨ ਮੌਰੀਆ ਬਾਦਸ਼ਾਹ ਦੀ ਮੌਤ 332 ਈਸਾ ਪੂਰਵ ਦੇ ਵਿੱਚ ਹੋਈ। ਇਹ ਗਲਤ ਆ ਜੀ। ਇੱਥੇ ਅਸ਼ੋਕਾ ਦੀ ਜਿਹੜੀ ਮੌਤ ਆ 332 ਈਸਾ ਪੂਰਵ ਦੇ ਵਿੱਚ ਨਹੀਂ ਹੋਈ ਸੀਗੀ। ਅਸ਼ੋਕਾ ਨੇ ਵੈਸੇ ਵੀ ਬੁੱਧ ਧਰਮ ਅਪਣਾ ਲਿਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਮਾਂ ਆਪਣਾ ਬੋਧੀ ਦੇ ਵਿੱਚ ਵੀ ਬਤੀਤ ਕੀਤਾ ਸੀਗਾ, ਬੋਧੀ ਬਣ ਕੇ ਮਤਲਬ ਬੁੱਧ ਧਰਮ ਅਪਣਾਇਆ ਸੀ। ਫਿਰ ਅਸ਼ੋਕ ਨੇ ਕਲਿੰਗਾ ਨੂੰ 261 BC ਵਿੱਚ ਜਿੱਤਿਆ, ਠੀਕ ਹੈ ਇਹ। ਫਿਰ ਜੀ ਸੁੰਗਾ ਸਲਤਨਤ ਦੀ ਨੀਂਹ ਪੂਸ਼ੀਆ ਮਿੱਤਰਾ ਨੇ ਰੱਖੀ ਸੀ, ਇਹ ਵੀ ਬਿਲਕੁਲ ਠੀਕ ਹੈ। ਚੰਦਰਗੁਪਤ ਨੇ ਉੱਤਰੀ ਭਾਰਤ ਦੇ ਇਲਾਕੇ ਜਿੱਤੇ ਸੀ, ਇਹ ਵੀ ਬਿਲਕੁਲ ਠੀਕ ਹੈ। ਮਤਲਬ ਆਪਸ਼ਨ ਊੜਾ ਹੀ ਗਲਤ ਆ। ਨੈਕਸਟ ਹੈ ਪੰਜਾਬ ਵਿੱਚ ਮੌਰੀਆ ਸਾਮਰਾਜ ਦੇ ਪਤਨ ਪਿੱਛੋਂ ਕਿਹੜੇ ਸਾਮਰਾਜ ਦਾ ਉਭਾਰ ਹੋਇਆ? ਹਾਂਜੀ, ਮੌਰੀਆ ਸਾਮਰਾਜ ਆ ਜਿਹੜਾ ਇਹ ਖਤਮ ਹੋ ਗਿਆ ਸੀਗਾ, ਤੇ ਇਸ ਤੋਂ ਮਗਰੋਂ ਕਿਹੜੇ ਸਾਮਰਾਜ ਦਾ ਉਭਾਰ ਹੋਇਆ ਸੀ? ਤਾਂ ਇਹ ਹੋਇਆ ਸੀ ਜੀ ਹਿੰਦ ਯੂਨਾਨ ਦਾ। ਅਸ਼ੋਕ ਤੋਂ ਮਗਰੋਂ ਮੌਰੀਆ ਵਾ ਜਿਹੜਾ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਆ ਗਏ ਸੀਗੇ ਹਿੰਦ ਤੇ ਯੂਨਾਨ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਪੰਜਾਬ ਵਿੱਚ ਕੁਸ਼ਾਣ ਸਾਮਰਾਜ ਦਾ ਆਗਮਨ ਕਦੋਂ ਹੋਇਆ? ਹਾਂਜੀ, ਫਿਰ ਆਇਆ ਸੀ ਕੁਸ਼ਾਣ ਵੰਸ਼। ਕੁਸ਼ਾਣ ਵੰਸ਼ ਕਦੋਂ ਆਇਆ ਸੀਗਾ? ਇਹ ਆਇਆ ਸੀ 1 ਸਦੀ ਈਸਵੀ ਦੇ ਵਿੱਚ। ਆਪਸ਼ਨ ਨੰਬਰ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਉਹ ਕਿਹੜਾ ਭਾਰਤੀ ਹਾਂਜੀ, ਉਹ ਕਿਹੜਾ ਭਾਰਤੀ ਹਾਕਮ ਸੀ ਜਿਸ ਦੇ ਰਾਜ ਦੇ ਇਲਾਕੇ ਭਾਰਤ ਤੋਂ ਬਾਹਰ ਬਲਦੇ ਵੀ ਸਨ? ਹਾਂਜੀ, ਪਹਿਲੇ ਭਾਰਤੀ ਸੀਗੇ ਕਨਿਸ਼ਕ, ਜਿਨ੍ਹਾਂ ਦੇ ਰਾਜ ਦੇ ਇਲਾਕੇ ਭਾਰਤ ਤੋਂ ਬਾਹਰ ਵੀ ਸਨ। ਆਪਸ਼ਨ ਨੰਬਰ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਕਿਹੜੇ ਭਾਰਤੀ ਸਾਮਰਾਜ ਨੇ ਸਿੰਧ ਘਾਟੀ ਦੇ ਜ਼ਰੀਏ ਹਿੰਦ ਮਹਾਸਾਗਰ ਵਿਚਲੇ ਸਮੁੰਦਰੀ ਵਪਾਰ ਨੂੰ ਰੇਸ਼ਮ ਮਾਰਗ ਨਾਲ ਜੋੜਿਆ ਸੀ? ਹਾਂਜੀ, ਕੁਸ਼ਾਣ ਸਾਮਰਾਜ ਨੇ ਸਿੰਧ ਘਾਟੀ ਦੇ ਜ਼ਰੀਏ ਹਿੰਦ ਮਹਾਸਾਗਰ ਵਿਚਲੇ ਸਮੁੰਦਰੀ ਵਪਾਰ ਨੂੰ ਰੇਸ਼ਮ ਮਾਰਗ ਦੇ ਨਾਲ ਜੋੜਿਆ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਸਾਕਾ ਸਮੰਤ ਕਨਿਸ਼ਕ ਪਹਿਲੇ ਨੇ ਕਦੋਂ ਆਰੰਭ ਕੀਤਾ? ਹਾਂਜੀ, ਸਾਕਾ ਸਮੰਤ ਕਨਿਸ਼ਕਾ ਜਿਹੜਾ ਇਹ ਆਰੰਭ ਕੀਤਾ ਸੀ 78ਵੀਂ ਈਸਵੀ ਦੇ ਵਿੱਚ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਕੁਸ਼ਾਣ ਸਾਮਰਾਜ ਦੇ ਰਾਜਿਆਂ ਦਾ ਸੰਬੰਧ ਕਿਹੜੇ ਧਰਮ ਨਾਲ ਸੀ? ਕੁਸ਼ਾਣ ਸਾਮਰਾਜ ਦੇ ਰਾਜਿਆਂ ਦਾ ਸੰਬੰਧ ਬੁੱਧ ਧਰਮ ਨਾਲ ਸੀ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਇਸ ਤੋਂ ਇਲਾਵਾ ਮੈਂ ਬੁੱਧ ਧਰਮ ਤੇ ਵੀ ਅਲੱਗ ਵੀਡੀਓ ਬਣਾਈ ਹੋਈ ਹੈ, ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਸਰਚ ਕਰਨ ਤੋਂ ਬਾਅਦ ਉਹ ਦੇਖ ਸਕਦੇ ਹੋ, ਬੁੱਧ ਧਰਮ ਬਾਈ ਮੈਥ ਵਿਦ ਸੁਮਨਪ੍ਰੀਤ ਕੌਰ, ਠੀਕ ਹੈ। ਨੈਕਸਟ ਹੈ ਗੁਪਤ ਵੰਸ਼ ਦੀ ਸਥਾਪਨਾ ਪੰਜਾਬ ਵਿੱਚ ਕਦੋਂ ਹੋਈ? ਹਾਂਜੀ, ਗੁਪਤ ਰਾਜ ਦੀ ਸਥਾਪਨਾ ਪੰਜਾਬ ਦੇ ਵਿੱਚ 4 ਸਦੀ ਈਸਾ ਦੇ ਵਿੱਚ ਹੋਈ ਸੀ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਕਿਹੜੇ ਪ੍ਰਸਿੱਧ ਸਾਮਰਾਜ ਨੂੰ ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ? ਵੈਰੀ ਇੰਪੋਰਟੈਂਟ। ਹਾਂਜੀ, ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ ਜੀ। ਨੈਕਸਟ ਹੈ ਆਰੀਆ ਭੱਟ ਅਤੇ ਬਾਰਾਹਿਮਿਰ ਦਾ ਸੰਬੰਧ ਕਿਹੜੇ ਸਾਮਰਾਜ ਕਾਲ ਨਾਲ ਸੀ? ਹਾਂਜੀ, ਆਰੀਆ ਭੱਟ ਅਤੇ ਬਾਰਾਹਿਮਿਰ ਦਾ ਸੰਬੰਧ ਆ ਜਿਹੜਾ ਇਹ ਗੁਪਤ ਕਾਲ ਦੇ ਨਾਲ ਸੀ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਗੁਪਤ ਕਾਲ ਵਿੱਚ ਕਿਹੜਾ ਪ੍ਰਸਿੱਧ ਵਿਦੇਸ਼ੀ ਸੈਲਾਨੀ ਭਾਰਤ ਆਇਆ? ਹਾਂਜੀ, ਗੁਪਤ ਕਾਲ ਦੇ ਵਿੱਚ ਵਿਦੇਸ਼ੀ ਸੈਲਾਨੀ ਭਾਰਤ ਆਇਆ ਸੀਗਾ ਫਾਹੀਜਾਨ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ ਚੰਦਰਗੁਪਤ ਮੌਰੀਆ ਸਮੇਂ ਕਿਹੜਾ ਵਿਦੇਸ਼ੀ ਸੈਲਾਨੀ ਆਇਆ? ਹਾਂਜੀ, ਚੰਦਰਗੁਪਤ ਮੌਰੀਆ ਦੇ ਸਮੇਂ ਕੌਣ ਆਇਆ ਸੀਗਾ? ਮੈਗਸਥਨੀਜ਼।
ठीक है। मैक्सथनीज ऑप्शन ईडी इत्थे राइट आंसर है। नैक्सट है महमूद गजनवी नाल किहड़ा प्रसिद्ध सैलानी आया सी जिसने उसके बारे लिखिया, ਜਾਂ ਤੁਹਾਨੂੰ ਇਹ ਆ ਸਕਦਾ कि महमूद गजनवी ਦੇ ਨਾਲ ਕਿਹੜੇ ਰਾਈਟਰ ਆਏ ਸੀ ਜਾਂ ਕਿਹੜੇ ਲਿਖਾਰੀ ਆਏ ਸੀ, ਤਾਂ ਇਹ ਆਏ ਸੀਗੇ ਐਲਬਰੂਨੀ। ਊੜਾ ऑप्शन इत्थे राइट आंसर है। नैक्सट है ਭਾਰਤ ਦੀ ਸਭ ਤੋਂ ਪੁਰਾਤਨ ਪ੍ਰਸਿੱਧ ਯੂਨੀਵਰਸਿਟੀ ਕਿਹੜੀ ਹੈ, ਵੈਰੀ ਇੰਪੋਰਟੈਂਟ। ਹਾਂਜੀ, ਭਾਰਤ ਦੀ ਸਭ ਤੋਂ ਪੁਰਾਤਨ ਪ੍ਰਸਿੱਧ ਯੂਨੀਵਰਸਿਟੀ ਆ ਨਾਲੰਦਾ ਯੂਨੀਵਰਸਿਟੀ। ऑप्शन ईडी इत्थे राइट आंसर है। ਨਾਲੰਦਾ ਦੇ ਵੀ ਇੱਥੇ ਸਪੈਲਿੰਗ ਮਿਸਟੇਕ ਆ ਜੀ, ਆਪਾਂ ਸਹੀ ਕਰ ਲੈਂਦੇ ਹਾਂ, ਨਾਲੰਦਾ ਲੱਲੇ ਦੀ ਟਿੱਪੀ ਆਉਣੀ ਸੀ। ਨੈਕਸਟ ਹੈ ਹਾਂਜੀ ਤੈਮੂਰਲਿੰਗ ਨੇ ਕਿਹੜੇ ਵਿਅਕਤੀ ਨੂੰ ਪੰਜਾਬ ਦਾ ਗਵਰਨਰ ਬਣਾਇਆ, ਤੈਮੂਰਲਿੰਗ ਨੇ ਖਿਜ਼ਰ ਖਾਨ ਨੂੰ ਪੰਜਾਬ ਦਾ ਗਵਰਨਰ ਬਣਾਇਆ ਸੀ। ऑप्शन ਆੜਾ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ ਉੱਤਰੀ ਭਾਰਤ ਦਾ ਅਖੀਰਲਾ ਹਿੰਦੂ ਰਾਜਾ ਕੌਣ ਸੀ, ਹਾਂਜੀ ਉੱਤਰੀ ਭਾਰਤ ਦਾ ਅਖੀਰਲਾ ਹਿੰਦੂ ਰਾਜਾ ਸੀ ਹਰਸ਼ਵਰਧਨ। ऑप्शन सस्सा इत्थे राइट आंसर है। नैक्सट है हर्षवर्धन समय किहड़ा चीनी सैलानी भारत आया, हर्षवर्धन दे समय चीनी सैलानी भारत आया सी ह्योन सांग। ऑप्शन सस्सा इत्थे राइट आंसर है। नैक्सट है किहड़े पहले मुसलमान हाकम ने मुल्तान उपर जित प्राप्त की, हाँ जी मुल्तान उपर जित प्राप्त की सी खलीफा उमेद ने। ऑप्शन ईडी इत्थे राइट आंसर है। नैक्सट है अरब फौजां नूं गुजरात विच चालुकिया वंश ने किहड़े सम्राट ने हराया, अरब फौजां नूं गुजरात विच चालुकिया वंश दे विक्रमादित्य दूजा ने हराया। ऑप्शन नंबर ऊड़ा इत्थे राइट आंसर है। नैक्सट है महमूद गजनवी ने भारत उपर किन्ने हमले किए, देखो एक ना अहमद शाह अब्दाली ते एक महमूद गजनवी, ये इंपॉर्टेंट आ। महमूद गजनवी ने 17 हमले किए आ, अहमद शाह अब्दाली ने 8 किए आ, दोनों दे ध्यान दो। नैक्सट है तराइन की पहली लड़ाई 1191 ईस्वी दे विच किन्ना विचकार हुई सी, तराइन की पहली लड़ाई 1191 नूं हुई, ये हुई सी मुहम्मद गौरी ते पृथ्वी राज चौहान दे विचकार। ऑप्शन ऊड़ा इत्थे राइट आंसर है जी। नैक्सट है किहड़े सन विच मुहम्मद गौरी ने पृथ्वी राज नूं हरा के पंजाब ते दिल्ली उपर अधिकार प्राप्त किया, हाँ जी मुहम्मद गौरी ने 1192 ईस्वी दे विच पृथ्वी राज चौहान नूं हरा के पंजाब ते दिल्ली दे उपर अपना अधिकार अजमाया। ऑप्शन आड़ा इत्थे राइट आंसर है। हाँ जी हुण असीं करदे हां सिंध घाटी दी सभ्यता नाल रिलेटेड इंपॉर्टेंट MCQ, बौद्ध धर्म अते जैन धर्म दे नाल रिलेटेड MCQ करदे हां कवर, ठीक है। तो शुरू करदे हां जी आपां। क्वेश्चन नंबर 1 सिंध घाटी की सभ्यता की खोज कदों की गई सी, हाँ जी सिंधु घाटी की सभ्यता की खोज 1921 दे विच कीती गई सी। ऑप्शन नंबर बी इज़ द राइट आंसर। देखो 1921 दे विच सब तो पहला नगर हड़प्पा खोजिया गया सी, हड़प्पा रावी नदी के किनारे स्थित आ ते उत्थे इहदी खोज की सी डॉक्टर दयाराम साहनी ने, कला दयाराम साहनी आ डॉक्टर गलती नाल बोलिया गया, दयाराम साहनी ने की सी, ठीक है। तो हड़प्पा एक शहरी सभ्यता सी, पहला जिहड़ी हड़प्पा वा शहरी सभ्यता सी ते पहला नगर होने करके सिंध घाटी की सभ्यता नूं हड़प्पा सभ्यता के नाम वजों भी जानिया जांदा वा, ठीक है। तो मैं जिवें ही तुहानूं दस्सिया कि हड़प्पा एक शहरी सभ्यता तो यह पहली शहरी क्रांति के वजों भी जानी जाती है, ठीक है पहली शहरी क्रांति के वजों भी जानी जाती है सिंधु घाटी की सभ्यता। जिहड़ा सिंधु नाम आ यह तो यूनानी भाषा तो लिया गया वा, यूनानी भाषा तो लिया गया, इंडस नाम है इहदा, इंडस नाम, ठीक है जिहड़ा यूनानी तो लिया गया वा, इस करके इसनूं इंडस की सभ्यता भी बोलिया जाता है, इंडस घाटी सभ्यता। तो इसकी खोज पित्तल युग दे विच होई सी, इस करके इसनूं पित्तल युग की सभ्यता भी बोलिया जाता है, ठीक है जी। अगला प्रश्न असीं करते हैं हड़प्पा किहड़ी नदी ते स्थित है, हाँ जी मैं तुहानूं ऑलरेडी दस चुकी हाँ हड़प्पा रावी नदी ते स्थित आ। ऑप्शन नंबर ए इज़ द राइट आंसर। जेकर असीं गल करिए रावी की, रावी है जिहड़ा इहदा पुराना नाम की आ, परूसनी है इहदा नाम पुराना की आ परोसनी, ते चेनाब का पुराना नाम की आ अस्किनी। वेदां दे विच इन्हां नूं इन्हां नाम नाल जाणिया जांदा सीगा ते आ भी सकदा तुहानूं, ठीक है। चेनाब का पुराना नाम की आ अस्किनी, ते इंडस, इंडस आ जिहड़ा यूनानी नेम आ सिंधु घाटी की सभ्यता का, ठीक है। सिद्धू इसका मीनिंग की आ सिद्धू जां सिंधु कह सकते हैं, ठीक है। तो उस तो बाद सतलुज का पुराना नाम आ सतरुदी, ठीक है जी, सतरुदी सतलुज का पुराना नाम आ। अगला प्रश्न असीं करते हैं
ਸਿੰਧੂ ਘਾਟੀ ਦੀ ਸੱਭਿਅਤਾ ਦਾ ਮਹਾਨ ਇਸ਼ਨਾਨ ਘਰ ਕਿੱਥੇ ਮਿਲਿਆ ਸੀ? ਹਾਂਜੀ, ਸਿੰਧੂ ਘਾਟੀ ਦੀ ਸੱਭਿਅਤਾ ਦਾ ਜਿਹੜਾ ਮਹਾਨ ਇਸ਼ਨਾਨ ਘਰ ਆ ਇਹ ਮਹਿੰਜੋਦੜੋ ਦੇ ਵਿੱਚ ਮਿਲਿਆ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਤੇ ਇਹਨੂੰ ਕਈ ਇਸ ਨੂੰ ਮੋਹਨਜੋਦੜੋ ਬੋਲਦੇ ਆ, ਕੋਈ ਮਹਿੰਜੋਦੜੋ ਬੋਲਦਾ। ਠੀਕ ਹੈ ਜੀ, ਇਸ ਕਿਹਦੇ ਵਿੱਚੋਂ ਮਿਲਿਆ ਸੀ? ਮਹਿੰਜੋਦੜੋ ਦੇ ਵਿੱਚੋਂ ਮਿਲਿਆ ਸੀ। ਇਹ ਸਿੰਧ ਘਾਟੀ ਦੇ ਕਿਨਾਰੇ ਆ ਮਹਿੰਜੋਦੜੋ, ਇਹ ਵੀ ਸਿੰਧ ਘਾਟੀ ਦੇ ਕਿਨਾਰੇ ਆ। ਠੀਕ ਹੈ, ਤੇ ਇਸ ਦੀ ਖੋਜ 1922 ਦੇ ਵਿੱਚ ਹੋਈ ਸੀ ਤੇ ਇਸ ਨੂੰ ਮ੍ਰਿਤਕਾਂ ਦਾ ਟਿੱਲਾ ਵੀ ਬੋਲਿਆ ਜਾਂਦਾ। ਕੀ ਬੋਲਿਆ ਜਾਂਦਾ? ਮ੍ਰਿਤਕਾਂ ਦਾ ਟਿੱਲਾ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਮੇਨਲੀ ਜੋ ਪਹਿਲਾਂ, ਵੈਸੇ ਤਾਂ ਇਹਦੇ ਸਾਰੇ ਹੀ ਨਾਮ ਹੈ, ਇਹਨੂੰ ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ, ਸ਼ਹਿਰੀ ਸੱਭਿਅਤਾ ਵੀ ਕਿਹਾ ਜਾਂਦਾ, ਕਾਂਸ਼ੀ ਵਾਲਾ ਯੁੱਗ ਵੀ ਕਿਹਾ ਜਾਂਦਾ ਵਾ। ਠੀਕ ਹੈ, ਇਹ ਸਾਰੇ ਹੀ ਨਾਮ ਆ। ਵੈਦਿਕ ਯੁੱਗ ਸੱਭਿਅਤਾ ਵੀ ਕਿਹਾ ਜਾਂਦਾ ਵਾ, ਪਰ ਇਸ ਦੇ ਵਿੱਚੋਂ ਮੇਨ ਕੀ ਆ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਨੂੰ PS ਟੈਟ ਦੇ ਐਗਜ਼ਾਮ ਦੇ ਵਿੱਚ ਅਕਸਰ ਇਸ ਤਰ੍ਹਾਂ ਆ ਜਾਂਦਾ ਕਿ ਸਾਰੇ ਹੀ MCQ ਦੇ ਵਿੱਚ ਜਿਹੜੇ ਸਾਰੇ ਹੀ ਆਨਸਰ ਆ ਉਹ ਸਹੀ ਹੁੰਦੇ ਆ। ਠੀਕ ਹੈ, ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਹੁਣ ਅਸੀਂ ਇਹਦੀ ਕਿਹੜੀ ਆਪਸ਼ਨ ਸਹੀ ਲਗਾਈਏ, ਤਾਂ ਉਸ ਟਾਈਮ ਐਗਜ਼ਾਮੀਨਰ ਇਹ ਆਪਸ਼ਨ ਨੂੰ ਹੀ ਸਹੀ ਮੰਨਦਾ ਹੁੰਦਾ। ਤਾਂ ਮੈਂ ਤੁਹਾਨੂੰ ਬੋਲਦੀ ਹਾਂ ਕਿ ਜਦੋਂ ਵੀ ਅਸੀਂ ਇਹਦੇ ਮਗਰ ਵੀ ਇੱਕ ਲੌਜਿਕ ਹੁੰਦਾ, ਜਿਵੇਂ ਹੁਣ ਆਪਾਂ ਦੇਖੋ ਗੱਲ ਕੀਤੀ ਆ ਸਿੰਧ ਘਾਟੀ ਦੀ ਸੱਭਿਅਤਾ ਨੂੰ ਕੀ ਕਿਹਾ ਜਾਂਦਾ। ਦੇਖੋ ਸਿੰਧ ਘਾਟੀ ਦੀ ਸੱਭਿਅਤਾ ਦੇ ਵੈਸੇ ਤਾਂ ਇਹ ਸਾਰੇ ਹੀ ਨਾਮ ਆ, ਸਾਰੇ ਹੀ ਬੋਲ ਦਿੱਤਾ ਜਾਂਦਾ ਇਹਨਾਂ ਨੂੰ, ਪਰ ਮੇਨਲੀ ਮੈਂ ਤੁਹਾਨੂੰ ਕਿਹਾ ਕਿ ਇਹਦਾ ਪਹਿਲਾ ਨਗਰ ਕਿਹੜਾ ਸੀਗਾ? ਹੜੱਪਾ। ਤੇ ਹੜੱਪਾ ਕਿਹਦੇ ਨਾਲ ਸੰਬੰਧਿਤ ਸੀਗੀ? ਸ਼ਹਿਰੀ ਸੱਭਿਅਤਾ ਸੀ ਉਹ, ਤੇ ਇਸ ਕਰਕੇ ਮੇਨਲੀ ਇਹ ਸ਼ਹਿਰਾਂ ਦੇ ਲਈ ਮਸ਼ਹੂਰ ਸੀ, ਜਿਸ ਨੂੰ ਅਸੀਂ ਸ਼ਹਿਰੀ ਕ੍ਰਾਂਤੀ ਵੀ ਬੋਲ ਦਿੰਦੇ ਆ। ਤਾਂ ਰਾਈਟ ਆਨਸਰ ਹੈ ਆਪਸ਼ਨ ਇਜ਼ ਦੀ ਏ, ਸ਼ਹਿਰੀ ਸੱਭਿਅਤਾ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਮੇਸ਼ਾ ਹੀ ਜਦੋਂ ਤੁਹਾਡੇ ਕੋਲੇ 2-3 ਆਪਸ਼ਨਾਂ ਹੋਣ ਜਿਹੜੇ ਕਿ ਸਹੀ ਹੋਣ ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਕਿਹੜੀ ਆਪਸ਼ਨ ਸਹੀ ਲਗਾਈਏ, ਤਾਂ ਉੱਥੇ ਤੁਸੀਂ ਪਹਿਲੀ ਆਪਸ਼ਨ ਹੀ ਸਹੀ ਲਗਾਓਗੇ, ਫਿਰ ਹੀ ਤੁਹਾਡਾ ਰਾਈਟ ਮੰਨਿਆ ਜਾਂਦਾ, ਕਿਉਂਕਿ ਐਗਜ਼ਾਮੀਨਰ ਇਸੇ ਹਿਸਾਬ ਨਾਲ ਪਾਉਂਦੇ ਆ। ਅਗਲਾ ਪ੍ਰਸ਼ਨ ਆ, ਮਹਿੰਜੋਦੜੋ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਹਾਂਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਮਹਿੰਜੋਦੜੋ ਕਿਸ ਦੇ ਕਿਨਾਰੇ ਸਥਿਤ ਆ? ਸਿੰਧ ਦੇ ਸਥਿਤ ਆ, ਸਿੰਧ ਨਦੀ ਦੇ ਕਿਨਾਰੇ ਸਥਿਤ ਆ। ਤੇ ਸਿੰਧ ਦਾ ਯੂਨਾਨੀ ਨਾਮ ਕੀ ਆ? ਇੰਡਸ। ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹਾਂਜੀ, ਦਾ ਡੌਕਯਾਰਡ, ਇਹਦਾ ਮੀਨਿੰਗ ਕੀ ਹੁੰਦਾ ਵਾ? ਡੌਕਯਾਰਡ ਕਿਹਨੂੰ ਬੋਲਦੇ ਆ? ਬੰਦਰਗਾਹ ਨੂੰ ਬੋਲਦੇ ਆ। ਠੀਕ ਹੈ, ਜਿਹੜੀ ਕਹਿੰਦਾ ਡੰਕਯਾਰਡ, ਕਈ ਡੰਕਾਰਡ ਵੀ ਬੋਲ ਦਿੰਦੇ ਆ, ਵੈਸੇ ਡੌਕਯਾਰਡ ਆ। ਡੰਕਾਰਡ ਕਿੱਥੇ ਪਾਇਆ ਗਿਆ? ਹਾਂਜੀ, ਡੰਕਾਰਡ ਆ ਜਿਹੜਾ ਇਹ ਕਿੱਥੇ ਪਾਇਆ ਗਿਆ ਸੀ? ਲੋਥਲ ਦੇ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਬੰਦਰਗਾਹ ਸਾਨੂੰ ਲੋਥਲ ਦੇ ਵਿੱਚ ਮਿਲੀ ਸੀ, ਤੇ ਲੋਥਲ ਨੂੰ ਪੱਤਨ ਨਗਰ ਦੇ ਨਾਮ ਨਾਲ ਵੀ ਬੋਲਿਆ ਜਾਂਦਾ। ਇਹ ਕਿੱਥੇ ਪੈਂਦਾ ਵਾ? ਇਹ ਗੁਜਰਾਤ ਦੇ ਵਿੱਚ ਪੈਂਦਾ ਵਾ। ਤੇ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਭੋਗਵਾ ਨਦੀ ਦੇ ਕਿਨਾਰੇ ਸਥਿਤ ਆ। ਠੀਕ ਹੈ, ਦੇਖੋ ਸਿੰਧ ਘਾਟੀ ਦੇ ਵਿੱਚ ਜਿਹੜੇ ਜਹਾਜ਼, ਕਿਸ਼ਤੀਆਂ ਵਗੈਰਾ ਦੇ ਸਬੂਤ ਮਿਲੇ ਸੀ ਉਹ ਸਾਨੂੰ ਇੱਥੋਂ ਹੀ ਮਿਲੇ ਸੀ, ਲੋਥਲ ਦੇ ਵਿੱਚੋਂ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕਾਂ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਅਣਜਾਣ ਸੀ? ਹਾਂਜੀ, ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕ ਆ ਜਿਹੜੇ ਉਹ ਇਹਨਾਂ ਵਿੱਚੋਂ ਕਿਹੜੀ ਧਾਤ ਨੂੰ ਨਹੀਂ ਜਾਣਦੇ ਸੀ? ਉਹ ਨਹੀਂ ਜਾਣਦੇ ਸੀਗੇ, ਦੇਖੋ ਕਾਪਰ ਨੂੰ ਵੀ ਜਾਣਦੇ ਸੀਗੇ। ਠੀਕ ਹੈ, ਇਸ ਤੋਂ ਇਲਾਵਾ ਉਹ ਗੋਲਡ ਨੂੰ ਵੀ ਜਾਣਦੇ ਸੀ, ਸਿਲਵਰ ਨੂੰ ਵੀ ਜਾਣਦੇ ਸੀ, ਪਰ ਉਹ ਕਿਹਨੂੰ ਨਹੀਂ ਜਾਣਦੇ ਸੀ? ਉਹ ਆਇਰਨ ਨੂੰ ਨਹੀਂ ਜਾਣਦੇ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਉਹ ਲੋਹੇ ਬਾਰੇ ਨਹੀਂ ਜਾਣਦੇ ਸੀ। ਲੋਹੇ ਦੀ ਖੋਜ ਆ ਜਿਹੜੀ ਇਹ ਉੱਤਰ ਵੈਦਿਕ ਕਾਲ ਦੇ ਵਿੱਚ ਹੋਈ ਸੀ। ਤੇ ਲੋਹੇ ਦੀ ਖੋਜ ਹੋਈ ਕਿੱਥੇ ਸੀ? ਕਿੱਥੇ ਖੋਜਿਆ ਗਿਆ ਸੀ ਲੋਹੇ ਨੂੰ? ਅੰਤਰਜੀ ਖੇੜਾ ਦੇ ਵਿੱਚ ਖੋਜਿਆ ਗਿਆ ਸੀ। ਅੰਤਰਜੀ ਖੇੜਾ, ਤੇ ਕਿੱਥੇ ਆ? ਇਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਵਾ। ਠੀਕ ਹੈ ਜੀ, ਤੇ ਇੱਥੇ ਜਿਹੜਾ ਲੋਹਾ ਮਿਲਿਆ ਸੀ ਉਸ ਨੂੰ 800, ਉਹ ਸਾਨੂੰ 800 BC ਪੁਰਾਣਾ ਲੋਹਾ ਮਿਲਿਆ ਸੀ। ਠੀਕ ਹੈ ਜੀ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਵਿੱਚ ਕਿਹੜਾ ਜਾਨਵਰ ਅਣਜਾਣ ਸੀ? ਹਾਂਜੀ, ਜਿਹੜੇ ਸਿੰਧੂ ਸੱਭਿਅਤਾ ਦੇ ਲੋਕ ਸੀਗੇ ਉਹ ਕਿਸ ਜਾਨਵਰ ਤੋਂ ਅਣਜਾਣ ਸੀ? ਹਾਥੀ ਤੋਂ ਅਣਜਾਣ ਸੀ, ਜਾਂ ਚੀਤੇ ਤੋਂ ਅਣਜਾਣ ਸੀ, ਜਾਂ ਇੱਕ ਸਿੰਗ ਵਾਲੇ ਗੈਂਡੇ ਤੋਂ ਅਣਜਾਣ ਸੀ, ਜਾਂ ਸ਼ੇਰ ਤੋਂ? ਤਾਂ ਜਿਹੜੇ ਸਿੰਧ ਘਾਟੀ ਦੇ ਲੋਕ ਸੀ ਉਹ ਸ਼ੇਰ ਨੂੰ ਨਹੀਂ ਜਾਣਦੇ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਉਸ ਸਮੇਂ ਜਿਹੜੀਆਂ ਮਤਲਬ ਕਿ ਇਹਨਾਂ ਦੀ ਖੋਜ ਕਿਵੇਂ ਕੀਤੀ ਗਈ ਸੀਗੀ? ਜਦੋਂ ਸਿੰਧ ਘਾਟੀ ਸੱਭਿਅਤਾ ਦੀ ਖੋਜ ਹੋਈ ਸੀ, ਕੁਝ ਸਾਨੂੰ ਪੁਰਾਣੀਆਂ ਮੂਰਤਾਂ ਮਿਲੀਆਂ ਸੀ, ਪੁਰਾਣੇ ਸਮਾਨ ਤੋਂ ਹੀ ਅਸੀਂ ਕਹਿ ਸਕਦੇ ਹਾਂ ਅੰਦਾਜ਼ਾ ਲਗਾਇਆ ਜਾਂਦਾ ਸੀ। ਠੀਕ ਹੈ, ਉਸ ਸਮੇਂ ਉਹ ਲੋਕ ਸ਼ੇਰ ਨੂੰ ਨਹੀਂ ਜਾਣਦੇ ਸੀ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਨਾਲ ਵਪਾਰਕ ਸੰਬੰਧ ਸਨ? ਹਾਂਜੀ, ਸਿੰਧ ਘਾਟੀ ਸੱਭਿਅਤਾ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਵਪਾਰਕ ਨਾਲ ਕਿਹੜੀ ਸੱਭਿਅਤਾ ਹੋਰ ਸੰਬੰਧ ਰੱਖਦੀ ਸੀ? ਦੇਖੋ, ਜੇਕਰ ਅਸੀਂ ਗੱਲ ਕਰੀਏ ਚਾਈਨਾ ਦੀ ਸੱਭਿਅਤਾ, ਠੀਕ ਹੈ, ਚਾਈਨਾ ਦੀ ਸੱਭਿਅਤਾ ਵਾ ਜਿਹੜੀ ਇਹ
ਪਹਿਲਾਂ ਅਸੀਂ ਆਪਣੇ ਮੇਨ MCQ ਦੀ ਗੱਲ ਕਰਦੇ ਹਾਂ कि ਸਿੰਧ ਘਾਟੀ ਸੱਭਿਆ ਤੇ ਲੋਕਾਂ ਨਾਲ ਵਪਾਰਕ ਸੰਬੰਧ ਕਿਹਨਾਂ ਨਾਲ ਸੀਗੇ? ਮੈਸੋਪੋਟਾਮੀਆ ਸੱਭਿਅਤਾ ਦੇ ਨਾਲ ਸੀ। ਮੈਸੋਪੋਟਾਮੀਆ ਸੱਭਿਅਤਾ ਦੇ ਨਾਲ ਇਹ ਲੋਕ ਵਪਾਰ ਕਰਦੇ ਸੀ। ਆਪਸ਼ਨ ਨੰਬਰ C इज़ द राइट आंसर। देखो ये जिहड़ा शहर आ जां कह सकते हैं जिहड़ी सभ्यता वा ये दजला फरात नदी के आस पास फैली हुई आ ते जिहड़ी चीन की सभ्यता वा ये हवागवे नदी के आस पास फैली हुई आ। ठीक है, अगला प्रश्न असीं करते हैं ਸਿੰਧ घाटी की सभ्यता विच आवाजाई लई इन्हां विचों किस दी वरतों कीती जांदी सी? हाँ जी, आवाजाई दे लई एक जगह तो दूजी जगह ते जाण दे लई इन्हां दे विचों किस दी वरतों कीती जांदी सी ਸਿੰਧ घाटी की सभ्यता दे विच? तो उस समय जहाज़ां दी वरतों कीती जांदी सी, वेल गड्डियां की भी वरतों की जाती सी, किश्तियां की भी वरतों की जाती सी। तो ऑप्शन नंबर डी इज़ द राइट आंसर कि उपरोक्त सारे ही जानी कि जहाज़ां वेल गड्डियां ते किश्तियां की आवाजाई लई वरतों की जाती सी सिंधु घाटी की सभ्यता दे विच। ठीक है जी, अगला प्रश्न किस पुरातत्व विज्ञानी ने हड़प्पा विखे खुदाई की निगरानी की? हाँ जी, हड़प्पा की निगरानी, हड़प्पा विखे खुदाई की निगरानी जां हड़प्पा की खोज किसने की सी? दयाराम साहनी ने की सी। ऑप्शन नंबर ए इज़ द राइट आंसर। कदों की सी? 1921 दे विच कीती सी। 1921 विच इन्हां ने हड़प्पा सभ्यता का पहला नगर खोजिया सी। हड़प्पा ਸਿੰਧ घाटी सभ्यता का पहला नगर खोजिया सी हड़प्पा, ते इत्थे इसे नगर उपर इसका नाम हड़प्पा सभ्यता पिया सी। ठीक है जी, अगला प्रश्न हड़प्पा अते मोहनजोदड़ो दियां ਥਾਵਾਂ ਕਿੱਥੇ ਮਿਲਦੀਆਂ ਹਨ? हाँ जी, हड़प्पा ਅਤੇ ਮੋਹਿੰਜੋਦੜੋ ਦੀ ਜੇ ਅਸੀਂ ਗੱਲ ਕਰੀਏ ਇਹਨਾਂ ਦੋਨਾਂ ਨੂੰ ਸਕੀਆਂ ਭੈਣਾਂ ਵੀ ਬੋਲਿਆ ਜਾਂਦਾ, ਜੁੜਵਾ ਭੈਣਾਂ ਵੀ ਬੋਲਿਆ ਜਾਂਦਾ, ਟਵਿੰਸ ਸਿਸਟਰ ਵੀ ਬੋਲਿਆ ਜਾਂਦਾ, ਜੁੜਵਾ ਰਾਜਧਾਨੀਆਂ ਵੀ ਬੋਲਿਆ ਜਾਂਦਾ। ਠੀਕ ਹੈ, ਦੋਨਾਂ ਨੂੰ ਧਿਆਨ 'ਚ ਰੱਖਣਾ। ਹੜੱਪਾ ਅਤੇ ਮੋਹਿੰਜੋਦੜੋ ਦੀਆਂ ਥਾਵਾਂ ਕਿੱਥੇ ਮਿਲਦੀਆਂ ਸਨ? ਠੀਕ ਹੈ, ਜਾਂ ਕਿੱਥੇ ਮਿਲੀਆਂ ਹਨ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਪਾਕਿਸਤਾਨ ਵਿੱਚ। ਦੇਖੋ ਜੇਕਰ ਅਸੀਂ ਗੱਲ ਕਰੀਏ ਅਫਗਾਨਿਸਤਾਨ ਦੀ, ਅਫਗਾਨਿਸਤਾਨ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ। ਇੱਥੇ ਸਿਰਫ ਤੇ ਸਿਰਫ ਦੋ ਹੀ ਥਾਵਾਂ ਸੀ, ਕਿਹੜੀਆਂ-ਕਿਹੜੀਆਂ? ਸੂਤਰਗੋਈ ਅਤੇ ਮੁੰਡੀਗਾਕ। पर पाकिस्तान दे विच हड़प्पा ते मोहनजोदड़ो दीयां थावां कित्थे मिलियां? पाकिस्तान दे विच मिलियां। अगला प्रश्न सिंधु घाटी का सब तो वड्डा स्थान है? हाँ जी, हुणे इस तरह का मतलब की आ, इत्थे मैंशन नहीं किया कि कित्थे आ, पाकिस्तान चा जां भारत बारे पूछ रहे आ। तो जेकर मैंशन नहीं गा तो असीं भारत बारे ही दसांगे। सिंधु घाटी सभ्यता का सब तो वड्डा स्थान भारत की जे गल करिए इस समय एट प्रेजेंट, ठीक है, वर्तमान समय में सिंधु घाटी का सब तो वड्डा स्थान आ भारत दे विच राखीगढ़ी। ऑप्शन नंबर सी इज़ द राइट आंसर। देखो एक नगर आ मोहनजोदड़ो, ये नगर ओवरऑल सिंध घाटी की सभ्यता का सब तो वड्डा नगर आ, पर यह पाकिस्तान चा। ठीक है, जे सानू पाकिस्तान दे विच पुछ लैण जां ओवरऑल पुछ लैण तां इहदा राइट असीं लावांगे आंसर मोहनजोदड़ो। ठीक है, हुण पर एट प्रेजेंट जे असीं गल करिए भारत दे विच तां सिंधु घाटी की सभ्यता का सब तो वड्डा स्थान आ राखीगढ़ी। अगला प्रश्न मोहनजोदड़ो की खोज किसने की? हाँ जी, कोई मोहनजोदड़ो भी बोल देंदे आ, कई मोहनजोदड़ो बोल देंदे आ। ठीक है, किसी बुक्स दे विच तुहानूं मोहनजोदड़ो लिखिया मिलेगा। तो मोहनजोदड़ो की जिहड़ी खोज आ किसने कीती सी? ये कीती सी RD बैनर्जी ने, जिन्हां दा पूरा नाम जे असीं देखीए तो की आ? राखलदास बैनर्जी। ऑप्शन नंबर ए इज़ द राइट आंसर। मोहनजोदड़ो की खोज किसने की सी? RD बैनर्जी ने। ये तुसीं याद रखना। ठीक है जी, हुण असीं गल करते हैं जिवें मैं तुहानूं पहलां भी दस्सिया कि मोहनजोदड़ो अते हड़प्पा सभ्यता, ठीक है, इन्हां दोवां नूं जुड़वियां भैणां बोलिया जांदा जां ट्विंस सिस्टर जां जुड़वा राजधानियां बोलिया जांदा। ते ये नाम इन्हां नूं दित्ते किने सी? ये नाम दित्ते सी इन्हां नूं स्टुअर्ट पिगट ने दित्ते सी, स्टुअर्ट पिगट ने। ठीक है जी, अगला प्रश्न नचदी कुड़ी दा चित्र किहड़ी सभ्यता विच मिलिया सी? हाँ जी, नचदी कुड़ी का चित्र आ जिहड़ा सानू किहड़ी सभ्यता दे विच मिलिया सी? मोहनजोदड़ो दे विच मिलिया सी, मोहनजोदड़ो दे विच। ठीक है, ऑप्शन नंबर सी इज़ द राइट आंसर। मोहनजोदड़ो भी बोल दिंदे आ, जिवें कि मैं तुहानूं पहलां दस्सिया। नचदी कुड़ी का चित्र आ जिहड़ा यह जानी कि कह सकते हैं मूर्ति मिली सी मोहनजोदड़ो दे विच मिली सी, ते कादी बनी हुई सी? कांशी दी बनी हुई सी। कांशी दी जे असीं गल करिए तां कांशी किहदे तों मिल के बनदी आ? तांबा ते टीन तो मिल के बनती है। किहदे तो? तांबा अते टीन तो मिल के। ठीक है, पर इस दे नाल ही हुंदा पित्तल भी सेम ही इहदे वर्गा, पर पित्तल आ जिहड़ा वो तांबा तो हुंदा ही आ उहदे विच। ठीक है, तांबा तो भी बनदा वा
पर ਉਹਦੇ ਵਿੱਚ ਜਿਸਤ ਹੁੰਦੀ ਆ, ਉਹ ਤਾਂਬਾ ਤੇ ਜਿਸਤ ਤੋਂ ਮਿਲ ਕੇ ਬਣਦਾ, ਕਾਂਸੀ ਤਾਂਬਾ ਤੇ ਟੀਨ ਤੋਂ ਮਿਲ ਕੇ ਬਣਦੀ ਹੈ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਪਸ਼ੂਪਤੀ ਸੀਲ ਹੇਠ ਲਿਖੇ ਜਾਨਵਰਾਂ ਵਿੱਚੋਂ ਕਿਸ ਨਾਲ ਹੋਈ ਸੀ? ਹਾਂਜੀ, ਜੇਕਰ ਅਸੀਂ ਗੱਲ ਕਰੀਏ ਜਿਹੜੀ ਪਸ਼ੂਪਤੀ ਆ ਉਹਨੂੰ ਸ਼ਿਵ ਦੀ ਮੂਰਤੀ ਵੀ ਬੋਲ ਦਿੱਤਾ ਜਾਂਦਾ ਵਾ ਸੱਭਿਅਤਾ ਦੇ ਵਿੱਚ। ਠੀਕ ਹੈ, ਸ਼ਿਵ ਦੀ ਮੂਰਤੀ ਮਿਲੀ ਸੀਗੀ ਇੱਕ, ਜਦੋਂ ਸਿੰਧ ਘਾਟੀ ਦੀ ਸੱਭਿਅਤਾ ਦੀਆਂ ਖੋਜਾਂ ਹੋ ਰਹੀਆਂ ਸੀਗੀਆਂ, ਇੱਕ ਸ਼ਿਵ ਦੀ ਮੋਹਰ ਮਿਲੀ ਸੀਗੀ ਜਿਸ ਦੇ ਆਸ-ਪਾਸ ਜਾਨਵਰ ਬਣੇ ਹੋਏ ਸੀਗੇ। ਤੇ ਉਹ ਕਿਹੜੇ-ਕਿਹੜੇ ਜਾਨਵਰ ਬਣੇ ਹੋਏ ਸੀ? ਹਾਥੀ ਬਣਿਆ ਹੋਇਆ ਸੀ, ਠੀਕ ਹੈ, ਚੀਤਾ ਵੀ ਬਣਿਆ ਹੋਇਆ ਸੀ, ਇੱਕ ਸਿੰਗ ਵਾਲਾ ਗੈਂਡਾ ਵੀ ਬਣਿਆ ਹੋਇਆ ਸੀ, ਹਿਰਨ ਵੀ ਬਣਿਆ ਹੋਇਆ ਸੀ। ਠੀਕ ਹੈ, ਤਾਂ ਰਾਈਟ ਆਨਸਰ ਹੈ ਇਸ ਦਾ ऑल ऑफ दी अबव, कि ये सारे ही बने हुए सी। ऑप्शन नंबर डी इज द राइट आंसर। ठीक है जी, अगला प्रश्न आ, ਸਿੰਧ घाटी की सभ्यता के हेठले स्थानां विचों किस स्थान विच एक दाढ़ी वाले व्यक्ति की मूर्ति बनी हुई सी? देखो तुसीं देखिया होणियां बुक्स दे विच, जदों तुसीं अक्सर बुक्स पढ़ियां होणियां, ठीक है, हिस्टरी दियां, तो उहदे विच की आ कि एक बाबे की मूर्ति बना के उहदे इदां दाढ़ी लगाई हुई सी, इस तरह दाढ़ी ਦੀਆਂ ਲਾਈਨਾਂ ਜੀਆਂ ਸੀ ਮੂਰਤੀ ਤੇ। ਤਾਂ ਸਿੰਧ ਘਾਟੀ ਦੀ ਸੱਭਿਅਤਾ ਦੇ ਹੇਠਲੇ ਸਥਾਨਾਂ ਵਿੱਚੋਂ ਕਿਸ ਸਥਾਨ ਦੇ ਵਿੱਚ ਇੱਕ ਦਾੜੀ ਵਾਲੇ ਵਿਅਕਤੀ ਦੀ ਮੂਰਤੀ ਮਿਲੀ ਸੀ? ਕਿਹੜੇ ਸਥਾਨ ਤੇ ਮਿਲੀ ਸੀ? ਮੋਹਨਜੋਦੜੋ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਮੋਹਨਜੋਦੜੋ ਵਿਖੇ ਇੱਕ ਨੱਚਦੀ ਹੋਈ ਕੁੜੀ ਦੀ ਮੂਰਤੀ ਕਿਸ ਦੀ ਬਣੀ ਹੋਈ ਸੀ? ਹਾਂਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਮੋਹਨਜੋਦੜੋ ਦੇ ਵਿੱਚ ਇੱਕ ਨੱਚਦੀ ਹੋਈ ਕੁੜੀ ਦੀ ਮੂਰਤੀ ਮਿਲੀ ਸੀ। ਉਹ ਕਾਹਦੀ ਬਣੀ ਹੋਈ ਸੀ? ਕਾਂਸੀ ਦੀ ਬਣੀ ਹੋਈ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਕਾਂਸੀ ਬ੍ਰਾਊਨਜ਼ ਦੀ ਬਣੀ ਹੋਈ ਸੀ। ਠੀਕ ਹੈ, ਤੇ ਇਹ ਜਿਹੜੀ ਮੂਰਤੀ ਆ ਇਹ ਜਿਹੜੇ ਪ੍ਰੋਸੈਸ ਨਾਲ ਬਣਾਈ ਗਈ ਸੀ, ਇਸ ਪ੍ਰੋਸੈਸ ਨੂੰ ਕੀ ਬੋਲਦੇ ਆ? ਲੋਸਟ ਵੈਕਸ ਪ੍ਰੋਸੈਸ ਬੋਲਦੇ ਆ। ਠੀਕ ਹੈ ਜੀ, ਕਿਹਦੇ ਕੀ ਬੋਲਦੇ ਆ? ਲੋਸਟ ਵੈਕਸ ਪ੍ਰੋਸੈਸ ਬੋਲਦੇ ਆ। ਅਤੇ ਵਰਤਮਾਨ ਸਮੇਂ ਦੇ ਵਿੱਚ ਇਹ ਮੂਰਤੀ ਕਿੱਥੇ ਪਈ ਆ? ਇਹ ਮੂਰਤੀ ਵਰਤਮਾਨ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪਈ ਆ। ਠੀਕ ਹੈ ਜੀ, ਮੋਹਨਜੋਦੜੋ ਇੱਕ ਨੱਚਦੀ ਹੋਈ ਕੁੜੀ ਦੀ ਜਿਹੜੀ ਮੂਰਤੀ ਮਿਲੀ ਸੀਗੀ, ਇਹ ਹੁਣ ਐਟ ਪ੍ਰੈਜ਼ੈਂਟ ਦਿੱਲੀ ਦੇ ਵਿੱਚ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪਈ ਆ। ਠੀਕ ਹੈ, ਕਾਹਦੀ ਬਣੀ ਹੋਈ ਸੀ? ਇਹ ਕਾਂਸੀ ਦੀ ਬਣੀ ਹੋਈ ਸੀ। ਜੇਕਰ ਅਸੀਂ ਗੱਲ ਕਰੀਏ ਟੈਰਾਕੋਟਾ ਲਿਖਿਆ ਨਾ ਇੱਥੇ, ਟੈਰਾਕੋਟਾ, ਟੈਰਾਕੋਟਾ ਦਾ ਕੀ ਮਤਲਬ ਹੁੰਦਾ? ਜਿਹੜੀ ਅੱਗ ਦੇ ਵਿੱਚ ਪੱਕੀ ਹੋਈ ਮਿੱਟੀ ਆ, ਜਦੋਂ ਅੱਗ ਦੇ ਵਿੱਚ ਅਸੀਂ ਸੱਟ ਦਿੰਦੇ ਹਾਂ, ਸੇਕ ਲੱਗ ਕੇ ਮਿੱਟੀ ਆ ਜਿਹੜੀ ਪੱਕ ਜਾਂਦੀ ਆ, ਉਹਨੂੰ ਬੋਲਦੇ ਹਾਂ ਅਸੀਂ ਟੈਰਾਕੋਟਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਦੀ ਸੱਭਿਅਤਾ ਦਾ ਬੰਦਰਗਾਹ ਦਾ ਸ਼ਹਿਰ ਕਿਹੜਾ? ਮੈਂ ਤੁਹਾਨੂੰ ਆਲਰੇਡੀ ਦੱਸਿਆ ਸੀ ਕਿ ਬੰਦਰਗਾਹ ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਕਿਹੜੇ ਨਗਰ ਦੇ ਵਿੱਚ ਮਿਲੀ ਸੀ? ਲੋਥਲ ਦੇ ਵਿੱਚ ਮਿਲੀ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਲੋਥਲ ਕਿੱਥੇ ਆ? ਗੁਜਰਾਤ ਦੇ ਵਿੱਚ ਆ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਲੋਕਾਂ ਦੀ ਮੁੱਖ ਖੁਰਾਕ ਕੀ ਸੀ? ਹਾਂਜੀ, ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਲੋਕਾਂ ਦੀ ਜਿਹੜੀ ਮੁੱਖ ਖੁਰਾਕ ਆ ਉਹ ਕਿਹੜੀ ਸੀ? ਲੋਕਾਂ ਦੀ ਮੁੱਖ ਖੁਰਾਕ ਸੀਗੀ ਕਣਕ ਅਤੇ ਜੌਂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਬੋਥ ਆਫ ਦੀ ਅਬਵ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਪੁਰਾਤਤਵ ਵਿਗਿਆਨੀਆਂ ਦੁਆਰਾ ਖੁਦਾਈ ਕੀਤੀਆਂ ਜਾਣ ਵਾਲੀਆਂ ਪਹਿਲੀ ਹੜੱਪਾ ਸਾਈਟ ਕਿਹੜੀ ਸੀ? ਹਾਂਜੀ, ਦੇਖੋ ਵਿਗਿਆਨੀਆਂ ਦੁਆਰਾ ਸਭ ਤੋਂ ਪਹਿਲਾਂ ਕਿਹੜੀ ਸਾਈਟ ਖੋਜੀ ਗਈ ਸੀ? ਉਹਨਾਂ ਨੇ ਇਹ ਪੁੱਛਿਆ ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਹੜੱਪਾ ਸਾਈਟ। ਠੀਕ ਹੈ, ਪਹਿਲਾਂ ਤਾਂ ਇੱਥੇ ਨਾਮ ਤੋਂ ਹੀ ਪਤਾ ਲੱਗਦਾ, ਜੇਕਰ ਨਾਂ ਦਿੱਤਾ ਹੋਵੇ ਕਿ ਪਹਿਲਾ ਨਗਰ ਕਿਹੜਾ ਖੋਜਿਆ ਗਿਆ ਸੀ ਤਾਂ ਉਹ ਹੜੱਪਾ ਹੀ ਖੋਜਿਆ ਗਿਆ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਇਸ ਕਰਕੇ ਇਸ ਨੂੰ ਹੜੱਪਾ ਸੱਭਿਅਤਾ ਵੀ ਬੋਲ ਦਿੱਤਾ ਜਾਂਦਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਜਿਸ ਦੌਰਾਨ ਭਾਰਤ ਵਿੱਚ ਸ਼ਹਿਰੀਕਰਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ? ਹਾਂਜੀ, ਇਹਨਾਂ ਵਿੱਚੋਂ ਕਿਹੜੀ ਆਪਸ਼ਨ ਆ ਉਹ? ਜਿਸ ਦੇ ਦੌਰਾਨ ਭਾਰਤ ਵਿੱਚ ਸ਼ਹਿਰੀਕਰਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ। ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਲਰੇਡੀ ਦੱਸਿਆ ਕਿ ਹੜੱਪਾ ਨਗਰ ਪਹਿਲੀ ਵਾਰ ਖੋਜਿਆ ਗਿਆ ਸੀ ਤੇ ਹੜੱਪਾ ਇੱਕ ਸ਼ਹਿਰੀ ਸੱਭਿਅਤਾ ਸੀ ਤੇ ਪਹਿਲੀ ਸ਼ਹਿਰੀ ਕ੍ਰਾਂਤੀ ਵੀ ਇਸ ਨੂੰ ਬੋਲਿਆ ਜਾਂਦਾ। ਤਾਂ ਪਹਿਲਾ ਪੜਾਅ ਇਸ ਦਾ ਹੜੱਪਾ ਸੱਭਿਅਤਾ ਤੋਂ ਹੀ ਸ਼ੁਰੂ ਹੋਇਆ ਸੀ, ਜਿਹਨੂੰ ਅਸੀਂ ਹੜੱਪਾ ਕਾਲ ਵੀ ਬੋਲ ਦਿੰਦੇ ਹਾਂ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਇਹਨਾਂ ਵਿੱਚੋਂ ਕਿਸ ਨੂੰ ਲੋਕ ਪੂਜਦੇ ਸਨ? ਹਾਂਜੀ, ਇਹਨਾਂ ਦੇ ਵਿੱਚੋਂ ਕਿਸ ਨੂੰ ਲੋਕ ਪੂਜਦੇ ਸਨ? ਪਸ਼ੂਪਤੀ ਨੂੰ ਵੀ ਪੂਜਦੇ ਸੀਗੇ, ਠੀਕ ਹੈ, ਗੋਡੈਸ ਨੂੰ ਵੀ ਪੂਜਦੇ ਸੀਗੇ, ਪਿੱਪਲ ਨੂੰ ਵੀ ਪੂਜਦੇ ਸੀਗੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ, ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਆ, ਜੋ ਕਿ ਸਿੰਧੂ ਘਾਟੀ ਸੱਭਿਅਤਾ ਵਿੱਚ ਇੱਕ ਗੜ੍ਹ ਤੋਂ ਬਿਨਾਂ ਸਿੰਧੂ ਸ਼ਹਿਰ ਸੀ। ਹਾਂਜੀ, ਉਹਨਾਂ ਨੇ ਬੋਲਿਆ ਕਿ ਇਹਨਾਂ ਆਪਸ਼ਨਸ ਦੇ ਵਿੱਚੋਂ ਕਿਹੜਾ ਸ਼ਹਿਰ ਆ ਜਿਹੜਾ ਸਿੰਧੂ ਘਾਟੀ ਦੀ ਸੱਭਿਆ ਤੋਂ ਇੱਕ ਗੜ੍ਹ ਤੋਂ ਬਿਨਾਂ ਸੀ? ਦੇਖੋ ਇਸ ਦਾ ਮਤਲਬ ਕੀ ਆ? ਦੇਖੋ ਜੇ ਅਸੀਂ ਗੱਲ ਕਰੀਏ
ਚਨਹੂਦੜੋ ऑप्शन नंबर डी इस दा राइट आंसर आ। ठीक है, ये एक नगर आ, इस दे टिल्ले सीगे, इहदे 2 टिल्ले सीगे जिन्हों मॉडिफाई नहीं किया गया सी, क्योंकि इन्हों की आ इन्हों प्रोटैक्शन प्रोवाइड कराई गई सी, प्रोटैक्शन प्रोवाइड कराई करके इन्हों मॉडिफाई नहीं किया गया सीगा। तां ये सीगे जिहड़े टिल्ले सीगे एक गढ़ तो बिना सीगे ते किहड़े शहर च पैंदे सी, चनहूदड़ो दे विच। ऑप्शन नंबर डी इज द राइट आंसर है। ठीक है जी, अगला प्रश्न आ, हड़प्पा विच खुदाई दौरान भारती पुरातत्व सर्वेखण के डायरैक्टर जनरल कौन सी? हाँ जी, जो हड़प्पा की खुदाई चल रही सी, हड़प्पा की हड़प्पा की खुदाई चल रही सी, किन्ना ने करवाई सी खुदाई? दयाराम साहनी ने करवाई सी। ठीक है, तो उस समय भारती पुरातत्व सर्वेखण के डायरैक्टर जनरल कौन सी? यॉन मार्शल। ऑप्शन नंबर डी इज द राइट आंसर। तो इन्होंने ही सिंधु घाटी की सभ्यता नूं सिंधु घाटी सभ्यता का नाम दिता सी। ठीक है जी, अगला प्रश्न आ, सिंधु घाटी की सभ्यता के हेठ लिखे स्थानों विचों अनाज स्टोर दीयां 6 कतारां कित्थे मिलदियां ने? हाँ जी, देखो जो सिंधु घाटी की सभ्यता के स्थान नगर की खोज हो रही सी, तो उस समय एक बहुत बड़ी बिल्डिंग मिली सीगी जिन्हों अनाज स्टोर के नाम नाल जानिया गया सी। ठीक है, अनाज स्टोर, अन्न भंडार बोल सकते हैं जां। ठीक है, सिंधु घाटी की सभ्यता के हेठ लिखे स्थानों विचों अनाज स्टोर दीयां 6 कतारां कित्थे मिलियां हन? ये मिलदियां हन हड़प्पा दे विच। ठीक है, ऑप्शन नंबर बी इज द राइट आंसर, हड़प्पा। ठीक है जी, इस गल का ध्यान रखना। अगला प्रश्न आ, सिंधु घाटी की सभ्यता बारे हेठ लिखियां विचों किहड़ा कथन सही है? हाँ जी, इस गल का बहुत ध्यान देना, जो भी कथन की गल होंदी है ना, कई बार असी कथन देख लें, कल्ला ये नहीं देखते कि सही पूछया कि गलत पूछया। ज़्यादातर यही होंदा कि एग्जाम के गलत भी पूछे लिया जाता, पर असी ध्यान नहीं देंगे कि सही पूछया कि गलत पूछया। ठीक है जी, तो उस समय असी पहला पढ़ लें, सानूं लगता पहला ही सही आ पूछया, उन्होंने गलत होंदा, असी पहली ऑप्शन लगा के आ जाते हैं। पर जरूर ध्यान देना कि उन्होंने सही पूछया कि गलत पूछया। जे असी गल करिए ऑप्शन ए दी, पढ़ लें पहला, हड़प्पा के लोग लगभग हर किस्म के निर्माण विच सड़ियां इट्टां की वरतों करते सी। हाँ जी, जिहड़े हड़प्पा के लोग आ, सड़ियां इट्टां का मतलब पक्कियां इट्टां, जिन्होंने मतलब पहलां कच्चियां इट्टां बनदियां ना मिट्टी दियां, फिर उन्होंने सेक लवाया जाता, साड़िया जाता, फिर वो पक्की इट्ट बन जाती है। तो हड़प्पा के लोग आ जिहड़े वो लगभग हर किस्म के निर्माण विच पक्कियां इट्टां की वरतों करते सी। बिल्कुल सही है, करते सी। अगे निर्माण विच ग्रिड पैटर्न की पालना की गई। हाँ जी, निर्माण दे विच ग्रिड पैटर्न की पालना भी की गई आ। तो अगे ज़्यादातर सिंधु शहरों को विस्तृत ड्रेनेज सिस्टम नाल चंगी तरह व्यवस्थित किया गया सी। बिल्कुल ठीक है भी। तो राइट आंसर है ऑप्शन नंबर डी, उपरोक्त सारे ही सिंध घाटी सभ्यता के नाल रिलेटेड ठीक आ। अगला प्रश्न आ, हाँ जी, जिस विच हड़प्पन साइट विच 2 कबरस्तान एच अते आर 37 पाए गए सन, उन्होंने की बोलिया जाता जां कह सकते हैं किस दे विच पाए गए सी? ठीक है, देखो R37 ते H37 ਇਹ 2 कबरस्तान सी, की सीगे? कबरस्तान। ते कित्थे मिले सी? हड़प्पा दे विच। ऑप्शन नंबर ए इज द राइट आंसर। अगला प्रश्न, सिंधु घाटी की सभ्यता के किहड़े भागां विच वंडिया गया? हाँ जी, सिंध घाटी सभ्यता दे किहड़ा स्थान सी जिन्हों 3 भागां दे विच वंडिया गया सी? ढोलावीरा नूं। ऑप्शन नंबर बी इज द राइट आंसर। ढोलावीरा नूं 3 भागां दे विच वंडिया गया सी। एक सीगा पूर्वी टिल्ला, दूसरा सीगा पश्चिमी एक सीगा पश्चिमी टिल्ला। ठीक है जी, एक पश्चिमी तो एक पूर्वी, तो जिहड़ा सेंटर वाला सीगा उहनूं मध्य टिल्ला बोल दिता जांदा सी। इहनूं 3 भागां दे विच वंडिया गया सी। ठीक है जी, अगला प्रश्न, मोहनजोदड़ो की सब तो वड्डी किहड़ी सी? हाँ जी, मोहनजोदड़ो की उन्होंने ये पूछना वा कि सब तो वड्डी बिल्डिंग किहड़ी सी? सब तो वड्डी बिल्डिंग आना है। ठीक है, इत्थे बाय मिसटेक पंजाबी दे विच नहीं लिखिया गया, बिल्डिंग इंग्लिश वाला तुसीं पढ़ सकते हो। मोहनजोदड़ो की सब तो वड्डी बिल्डिंग सी, जे असीं गल करिए ऑप्शन ए दी ग्रेट बाथ, ये तो नहाउण वाली जगह वा, ये तो वड्डी बिल्डिंग हो ही नहीं सकती। ठीक है, असैंबली हॉल ये एक ग्लोब की तरह होगा। मैं तुहानूं जिवें कि दस्सिया अन्न भंडार, ठीक है, ग्रीनरी वाली जिहड़ी जगह वा, अन्न भंडार जिथे रखिया जांदा, जिवें 6 कतारां वाला मैं तुहानूं दस्सिया सी उपर आपां कीता, तो ऑप्शन नंबर सी इज द राइट आंसर है। ठीक है जी, वेद शब्द का की अर्थ है? हाँ जी, वेद शब्द का अर्थ है
ਗਿਆਨ। ਗਿਆਨ ਨੂੰ ਅਸੀਂ ਕੀ ਬੋਲਦੇ ਹਾਂ? ਨੌਲੇਜ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਵੇਦਾਂ ਦੀ ਗਿਣਤੀ ਕਿੰਨੀ ਆ? 4 ਤੇ ਸਾਰੇ ਹੀ ਵੇਦ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖੇ ਗਏ ਆ। ਚਾਰੋਂ ਦੇ ਚਾਰੋਂ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖੇ ਗਏ ਆ ਤੇ ਲਿਖਣ ਵਾਲੇ ਦਾ ਨਾਮ ਕੀ ਆ? ਵੇਦ ਵਿਆਸ। ਤੇ ਵੇਦਾਂ ਦੇ ਨਾਮ ਕਿਹੜੇ ਕਿਹੜੇ ਆ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ, ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ। ਅਗਲਾ ਪ੍ਰਸ਼ਨ ਆ, ਹੇਠਾਂ ਦਿੱਤੇ ਵੇਦਾਂ ਵਿੱਚੋਂ ਕਿਹੜੇ ਇੱਕ ਵਿੱਚ ਬਲੀ ਦਾ ਫਾਰਮੂਲਾ ਹੈ? ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਪੁਰਾਣੇ ਸਮਿਆਂ ਦੇ ਵਿੱਚ ਬਲੀ ਦਿੱਤੀ ਜਾਂਦੀ ਸੀ ਤੇ ਬਲੀ ਕਦੋਂ ਦਿੱਤੀ ਜਾਂਦੀ ਸੀ? ਯੱਗਾਂ ਦੇ ਵਿੱਚ ਦਿੱਤੀ ਜਾਂਦੀ ਸੀ, ਜਦੋਂ ਯੱਗ ਲੱਗਦੇ ਸੀਗੇ। ਤੇ ਯੱਗਾਂ ਦਾ ਵਰਣਨ ਕਿਹੜੇ ਵੇਦ ਦੇ ਵਿੱਚ ਹੋਇਆ ਵਾ? ਯਜੁਰਵੇਦ ਦੇ ਵਿੱਚ ਹੋਇਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਵੇਦਾਂ ਦੀ ਗਿਣਤੀ ਆ 4। ਕਿਹੜੇ ਕਿਹੜੇ ਵੇਦ ਆ? ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵੇਦ। ਤੇ ਸਾਰੇ ਦੇ ਸਾਰੇ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖੇ ਗਏ ਆ। ਲਿਖਣ ਵਾਲੇ ਦਾ ਨਾਮ ਆ ਵੇਦ ਵਿਆਸ। ਠੀਕ ਹੈ। ਅਗਲਾ ਪ੍ਰਸ਼ਨ ਆ, ਵਿਸ਼ਾ ਵਸਤੂ ਜਿਸ ਨਾਲ ਸਮ੍ਰਿਤੀ ਸੰਬੰਧਿਤ ਹੈ। ਹਾਂਜੀ, ਇਸ ਦਾ ਮੀਨਿੰਗ ਕੀ ਆ? ਕਿ ਉਹ ਵਿਸ਼ਾ ਵਸਤੂ ਜਿਸ ਦੇ ਨਾਲ ਸਮ੍ਰਿਤੀ ਸੰਬੰਧਿਤ ਹੈ। ਹਾਂਜੀ, ਸਮ੍ਰਿਤੀ ਦਾ ਮੀਨਿੰਗ ਕੀ ਹੁੰਦਾ? ਸਮਾਜਿਕ ਨਿਯਮ ਨੂੰ ਸਮ੍ਰਿਤੀ ਬੋਲਦੇ ਹਾਂ ਅਸੀਂ। ਸਮਾਜਿਕ ਨਿਯਮਾਂ ਨੂੰ ਸਮ੍ਰਿਤੀ ਬੋਲਦੇ ਹਾਂ ਤੇ ਜਿਸ ਦੇ ਵਿੱਚ ਇਸ ਦਾ ਵਿਸ਼ਾ ਵਸਤੂ ਸੰਬੰਧਿਤ ਆ ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ, ਜਾਂ ਕਿਸ ਨਾਲ ਇਸ ਦਾ ਵਿਸ਼ਾ ਵਸਤੂ ਸੰਬੰਧਿਤ ਆ? ਲਾਅ ਦੇ ਨਾਲ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ, ਉਪਨਿਸ਼ਦ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਹਾਂਜੀ, ਉਪਨਿਸ਼ਦ 2 ਸ਼ਬਦਾਂ ਤੋਂ ਬਣਿਆ, ਇੱਕ ਉਪ ਤੇ ਦੂਜਾ ਨਿਸ਼ਦ। ਉਪ ਦਾ ਮਤਲਬ ਹੁੰਦਾ ਨੇੜੇ, ਨਿਸ਼ਦ ਦਾ ਮਤਲਬ ਹੁੰਦਾ ਵਾ ਨੇੜੇ ਬੈਠਣਾ। ਠੀਕ ਹੈ, ਨਿਸ਼ਦ ਦਾ ਮਤਲਬ ਹੁੰਦਾ ਬੈਠਣਾ, ਉਪ ਦਾ ਮਤਲਬ ਹੁੰਦਾ ਨੇੜੇ, ਜਾਣੀ ਕਿ ਗੁਰੂ ਦੇ ਨੇੜੇ ਬੈਠ ਕੇ ਗਿਆਨ ਪ੍ਰਾਪਤ ਕਰਨਾ। ਇਹ ਲਿਖਿਆ ਹੋਇਆ ਵੇਦਾਂ ਦੇ ਵਿੱਚ। ਤਾਂ ਇਹਦਾ ਮੀਨਿੰਗ ਕੀ ਹੋਇਆ? ਸਿਟਿੰਗ ਨੀਅਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ, ਭਾਰਤੀ ਸੰਗੀਤ ਦੀ ਉਤਪਤੀ ਦਾ ਪਤਾ ਹੇਠ ਲਿਖਿਆਂ ਵਿੱਚੋਂ ਕਿਹੜੇ ਵੈਦਿਕ ਤੋਂ ਲਗਾਇਆ ਜਾ ਸਕਦਾ? ਹਾਂਜੀ, ਭਾਰਤੀ ਸੰਗੀਤ ਦੀ ਉਤਪਤੀ ਦਾ ਪਤਾ ਇਹਨਾਂ ਦੇ ਵਿੱਚੋਂ ਕਿਹੜੇ ਵੇਦ ਤੋਂ ਲਗਾਇਆ ਜਾਂਦਾ? ਦੇਖੋ, ਜਿੱਥੇ ਵੀ ਭਾਰਤੀ ਸੰਗੀਤ ਦੀ ਗੱਲ ਹੋ ਗਈ ਤਾਂ ਇਸ ਦਾ ਸੰਬੰਧ ਸਮਵੇਦ ਨਾਲ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਭਾਰਤੀ ਸੰਗੀਤ ਦੀ ਉਤਪਤੀ ਦਾ ਪਤਾ ਸਾਨੂੰ ਸਮਵੇਦ ਦੇ ਵਿੱਚੋਂ ਲੱਗਿਆ ਸੀ, ਕਿਉਂਕਿ ਇਸ ਦੇ ਵਿੱਚ ਗਾਉਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਨੇ। ਠੀਕ ਹੈ, ਗਾਉਣ ਵਾਲੀਆਂ ਰਚਨਾਵਾਂ ਨੇ ਇਸ ਦੇ ਵਿੱਚ। ਤੇ ਭਾਰਤੀ ਸੰਗੀਤ ਦਾ ਜਿਹੜਾ ਪੂਰਾ ਦਾ ਪੂਰਾ ਆਪਾਂ ਕਹਿ ਸਕਦੇ ਹਾਂ ਸੰਬੰਧ ਆ ਉਹ ਸਮਵੇਦ ਨਾਲ ਆ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਰਿਗਵੇਦ ਦੀ, ਰਿਗਵੇਦ ਦਾ ਸੰਬੰਧ ਮੰਤਰਾਂ ਅਤੇ ਜਿਹੜਾ ਰਿਗਵੇਦ ਆ ਇਹ ਮੰਤਰਾਂ ਅਤੇ ਰਚਨਾਵਾਂ ਦਾ ਸਮੂਹ ਆ। ਠੀਕ ਹੈ, ਜਿਹੜਾ ਅਥਰਵੇਦ ਆ ਇਹ ਜਾਦੂ ਟੂਣਿਆਂ ਬਾਰੇ ਦੱਸਿਆ ਹੋਇਆ ਇਹਦੇ ਵਿੱਚ। ਤੇ ਜਿਹੜਾ ਯਜੁਰਵੇਦ ਆ ਇਹਦੇ ਵਿੱਚ ਜੱਗਾਂ ਦੀ ਗੱਲ ਕੀਤੀ ਗਈ ਆ। ਠੀਕ ਹੈ, ਤੇ ਭਾਰਤੀ ਸੰਗੀਤ ਦੀ ਉਤਪਤੀ ਦੀ ਗੱਲ ਕਿਹਦੇ ਵਿੱਚ ਹੋਈ ਆ? ਸਮਵੇਦਾਂ ਦੇ ਵਿੱਚ ਹੋਈ ਆ। ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਭਾਰਤ ਦੇ ਸਭ ਤੋਂ ਪਹਿਲਾਂ ਹਮਲਾ ਕਰਨ ਵਾਲੇ ਕੌਣ ਸੀ? ਹਾਂਜੀ, ਭਾਰਤ ਤੇ ਸਭ ਤੋਂ ਪਹਿਲਾਂ ਕਿਹਨਾਂ ਨੇ ਹਮਲਾ ਕੀਤਾ ਸੀ? ਭਾਰਤ ਤੇ ਸਭ ਤੋਂ ਪਹਿਲਾਂ ਆਰੀਆ ਨੇ ਹਮਲਾ ਕੀਤਾ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਤੇ ਆਰੀਆ ਲੋਕ ਮੱਧ ਏਸ਼ੀਆ ਤੋਂ ਆਏ ਸੀ। ਠੀਕ ਹੈ ਜੀ। ਇਹ ਕਿਹਨਾਂ ਨੇ ਆਖਿਆ ਕਿ ਮੱਧ ਏਸ਼ੀਆ ਤੋਂ ਆਏ ਸੀ? ਇਹ ਮੈਕਸ ਮੂਲਰ ਨੇ ਆਖਿਆ ਵਾ ਵੀ ਆਰੀਆ ਲੋਕ ਮੱਧ ਏਸ਼ੀਆ ਤੋਂ ਆਏ ਸੀ ਤੇ ਇਹਨਾਂ ਨੇ ਭਾਰਤ ਤੇ ਪਹਿਲਾ ਹਮਲਾ ਕੀਤਾ ਸੀ। ਅਗਲਾ ਪ੍ਰਸ਼ਨ ਆ, ਆਰੀਅਨ ਕਬੀਲਿਆਂ ਦੀਆਂ ਸਭ ਤੋਂ ਪੁਰਾਣੀਆਂ ਬਸਤੀਆਂ ਕਿੱਥੇ ਸਨ? ਹਾਂਜੀ, ਆਰੀਅਨ ਕਬੀਲਿਆਂ ਦੀਆਂ ਜਿਹੜੀਆਂ ਸਭ ਤੋਂ ਪੁਰਾਣੀਆਂ ਬਸਤੀਆਂ ਵਾ ਇਹ ਕਿੱਥੇ ਆ? ਸੰਪਤ ਸਿੱਧੂ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਸੰਪਤ ਸਿੱਧੂ ਪੰਜਾਬ ਦਾ ਪੁਰਾਣਾ ਨਾਮ ਆ। ਠੀਕ ਹੈ, ਇਹ ਸੰਪਤ ਸਿੱਧੂ ਇਹ ਪੰਜਾਬ ਦਾ ਹੀ ਨਾਮ ਆ, ਜਿਸ ਦਾ ਮਤਲਬ ਆ 7 ਨਦੀਆਂ। ਠੀਕ ਹੈ, ਆਰੀਅਨ ਕਬੀਲਿਆਂ ਦੀਆਂ ਸਭ ਤੋਂ ਪੁਰਾਣੀਆਂ ਬਸਤੀਆਂ ਸੰਪਤ ਸਿੱਧੂ ਦੇ ਵਿੱਚ ਮਿਲਦੀਆਂ, ਜਾਂ ਫਿਰ ਕਹਿ ਸਕਦੇ ਪੰਜਾਬ ਦੇ ਵਿੱਚ ਮਿਲਦੀਆਂ। ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਉਪਨਿਸ਼ਦ ਕੀ ਹਨ? ਹਾਂਜੀ, ਉਪਨਿਸ਼ਦ ਕੀ ਆ? ਉਪਨਿਸ਼ਦ ਜਿਹਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਹਿੰਦੂ ਧਰਮ ਦੀ ਫਿਲੋਸਫੀ ਆ। ਤਾਂ ਸੋਰਸ ਆਫ ਹਿੰਦੂ ਫਿਲੋਸਫੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਦੇਖੋ, ਦਾਰਾ ਸਿਕੋ ਇਹ ਪਹਿਲਾ ਮੁਸਲਮਾਨ ਆ ਜਿਸ ਨੇ ਉਪਨਿਸ਼ਦਾਂ ਦਾ ਧਿਆਨ ਕੀਤਾ ਸੀ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ। ਤੇ ਜੇਕਰ ਅਸੀਂ ਗੱਲ ਕਰੀਏ ਸਭ ਤੋਂ ਵੱਡੇ ਉਪਨਿਸ਼ਦ ਦੀ ਤਾਂ ਉਹ ਹੈਗਾ ਵਾ ਬ੍ਰਹਦਾਰਨਕ। ਬ੍ਰਹਦਾਰਨਕ ਉਪਨਿਸ਼ਦ ਸਭ ਤੋਂ ਵੱਡਾ ਉਪਨਿਸ਼ਦ ਆ। ਅਗਲਾ ਪ੍ਰਸ਼ਨ ਆ, ਵੇਦ ਜੋ ਰੀਤੀ ਰਿਵਾਜਾਂ ਨਾਲ ਸੰਬੰਧਿਤ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਜਿਹੜੇ ਵੇਦ ਰੀਤੀ ਰਿਵਾਜਾਂ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਯਜੁਰਵੇਦ ਕਿਹਾ ਜਾਂਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਯਜੁਰਵੇਦ ਆ ਜਿਹੜਾ ਇਹਦੇ ਵਿੱਚ ਕੀ ਆ? ਕਰਮ ਕਾਂਡਾਂ ਦਾ ਵਿਰੋਧ ਕੀਤਾ ਗਿਆ ਵਾ, ਰੀਤੀ ਰਿਵਾਜਾਂ ਦਾ ਵਿਰੋਧ ਕੀਤਾ ਗਿਆ ਵਾ। ਠੀਕ ਹੈ, ਇਹ ਰਿਵਾਜ ਰੀਤੀ ਰਿਵਾਜਾਂ ਨਾਲ ਸੰਬੰਧਿਤ ਆ ਜਾਂ ਕਰਮ ਕਾਂਡਾਂ ਨਾਲ ਸੰਬੰਧਿਤ ਆ, ਇਹਨੂੰ ਕਹਿ ਸਕਦੇ ਆ ਯਜੁਰਵੇਦ ਨੂੰ। ਠੀਕ ਹੈ ਜੀ।
इस तो इलावा जेकर असीं गल करिए रिगवेद की, रिगवेद का पाठ करन वाले नूं होत्री बोलते आ, समवेद का पाठ करन वाले नूं उदगाता बोलते आ, यजुर्वेद का पाठ करन वाले नूं अदविरयु बोलते आ, ते अथर्वेद का पाठ करन वाले नूं ब्रह्म बोलते आ। अगला प्रश्न आ, फाइंड द आउट वन ऑड वन। हाँ जी, इन्हां दे विचों किहड़ा अलग आ उहनूं असीं की करना, वो लभना वा भी किहड़ा अलग दिता होया। ठीक है, तो इन्हां दे विचों किहड़ा अलग दिता होया। जेकर असीं गल करिए समवेद, यजुर्वेद ते रिगवेद की, ये तो वेदां दे नाम आ। ठीक है, वेदां की गिनती है 4, पर जेकर असीं इत्थे गल करिए विष्णु पुराण की, तो ये इन्हां दे विचों अलग आ। ऑप्शन नंबर सी इज़ द राइट आंसर है, क्योंकि विष्णु पुराणा की गिनती कितनी आ 18वां। तो सब तो वध पुराना प्राचीन पुराण किहड़ा वा, सब तो पुराना जां सब आपां कह सकते प्राचीन पुराण किहड़ा वा, मत्स्या पुराण। इस दे विच विष्णु के 10 अवतारां दा वर्णन किया गया वा। ठीक है, तां इहनूं विष्णु पुराण बोलिया। अगला प्रश्न आ, हेठ लिखे कबायली असैंबलियां विचों किहड़ी एक तौर ते कबायली मुखी विच शामिल हुंदी सी। हाँ जी, कबायली असैंबलियां दे विचों इन्हां दे विचों किहड़ी आ जिहड़ी मुखी दे लई शामिल हुंदी सी। आपां कह सकते हैं जदों राजे की चोण हुंदी सी, जानी कि कबायली मुखी की चोण हुंदी सी, तां इन्हां दे विचों किहड़ा शामिल हुंदा सी, समिति। ऑप्शन नंबर ए इज़ द राइट आंसर। समिति की जे असीं गल करिए, समिति का जिक्र रिगवेद दे विच 9 बार किया गया, सभा का जिक्र रिगवेद दे विच 8 बार किया गया। ठीक है, कितनी बार किया गया, 8 बार। तो विदत का जिक्र 122 बार किया गया, ये भी तुसीं ध्यान रखना। ठीक है, तो समिति की गल करिए, समिति दे विच आम लोग हुंदे सी, लोकां दी संस्था ही राजे की चोण करदी सी। ठीक है, अगला प्रश्न आ, वैदिक लोगों द्वारा सब तो पहला किहड़ी धातु वरती गई। हाँ जी, वैदिक लोगों के द्वारा सब तो पहला किहड़ी धातु वरती गई, जिमें कि मैं तुहानूं कल सभ्यता दे विच करवाया सी कि गोल्ड सिल्वर ते कॉपर, इस दे बारे पहला ही हड़प्पा सभ्यता के बारे आपां कह सकते हैं भी इहदा यूज़ उदों उस टाइम भी हुंदा सी, पहला ही सी। तो उदों मैं तुहानूं दस्सिया सी कि आयरन की खोज जानी कि लोहे की खोज उत्तर वैदिक के लोगों द्वारा की गई सी। ठीक है, लोहे की खोज उत्तर वैदिक लोगों द्वारा की गई सी, जानी कि जिहड़ी पहला किहड़ी धातु इन्हां द्वारा वरती गई है, आयरन। ऑप्शन नंबर सी इज़ द राइट आंसर। अगला प्रश्न, भारत की जात प्रणाली किस लई बनाई गई सी, जां आपां कह सकते हैं कि जिहड़ी जात प्रणाली बनी सी उहदा आधार की आ। ठीक है, जात प्रणाली का आधार की सीगा जिहड़ी बनाई गई सी, जात प्रणाली कित्ते दे आधार ते बनाई जाती सी। पहलां जदों बनाई गई सी ना, कित्ते दे आधार ते बनाई गई सी, मतलब जिहड़ा बंदा जिमें दा काम करदा सी उहनूं उसे तरह की जात रख दित्ती गई सी, उहदी उदां ही जात बना दित्ती जांदी सी जिहड़ा वो काम करदा सी। सो बाद दे विच इह जात आ जिहड़ी जन्म जात हो गई। तो इस दे विच राइट आंसर है ऑप्शन नंबर डी कि कित्ते दे आधार ते जात प्रणाली बनाई गई सी। अगला प्रश्न, ओ फसल जो वैदिक लोग नहीं जानते सन। हाँ जी, वैदिक लोग आ जिहड़े ये तंबाकू बारे नहीं जानते सी, जानी कि तंबाकू बारे नहीं जानते सी। ऑप्शन नंबर बी इज़ द राइट आंसर। तंबाकू भारत दे विच पुर्तगालियां ने शुरू किया सी, ना कि वैदिक लोगों ने। ठीक है, नहीं जानते सी इस बारे। अगला प्रश्न, वैदिक आर्यना का मुख भोजन सी। हाँ जी, वैदिक आर्यन आ जिहड़े इन्हां दा मुख भोजन की सीगा, इन्हां दा भोजन सीगा कि ये दुध ते दुध दे बणियां चीज़ां जिवें दुध लस्सी पनीर इन्हां नूं ही पसंद करते सी। तो राइट आंसर है ऑप्शन नंबर बी मिल्क एंड इट इज़ प्रोडक्ट। ठीक है, तो पहली ऑप्शन आ तुहाडे कोले जौ अते चौल, दूजी ऑप्शन आ तुहाडे कोले दुध अते दुध दे उत्पाद, तीजी ऑप्शन आ चौल अते दालां, चौथी ऑप्शन आ सब्जियां ते फल। अगला प्रश्न आ, उमर के वधदे क्रम विच आर्यन समाज विच मनुख के जीवन के हेठले पड़ावां विचों किहड़ा एक सही है। हाँ जी, वधदे क्रम का मतलब की हुंदा 1 2 3 4 कि वधदे क्रम वल जाना। ठीक है, वो कहता वधदे क्रम विच आर्यन समाज विच मनुख के जीवन के हेठले पड़ावां विचों किहड़ा सही आ। वधदा क्रम दसना सी, जे वधदे क्रम की गल करिए सब तो पहला तुहानूं पता ही होना कि ब्राह्मण की गल हुई आ, फिर खत्तरी, फिर वैश्य ते फिर सूदर। ठीक है, पहला ब्राह्मण, फिर खत्तरी, उस तो बाद वैश्य ते फिर सूदर। तो देखो इस दे विचों किहड़ी राइट आंसर बनदी आ, राइट आंसर है ऑप्शन नंबर ए। अगला प्रश्न है जी, रिगवैदिक आर्यन एक पैस्टोरल लोक सन
इस तत्त तो की सिद्ध हुंदा? हाँ जी, पैस्टोरल का मतलब हुंदा वा अच्छे लोग, जां कह सकते हैं धार्मिक प्रवृत्ति वाले लोग। ठीक है, तो वो कहते भी रिग वैदिक आर्यन विच जिहड़े धार्मिक प्रवृत्ति वाले लोग सन उन्हां तो की सिद्ध हुंदा इन्हां दे विचों जो हेठ लिखियां ऑप्शन आ। पहली दी गल करिए, उन्होंने बोलिया वा कि रिगवेद विच गां वास्ते बहुत सारियां गल्लां ने। ठीक है, हाँ जी हैगियां ने, रिगवेद दे विच गां बारे ही मिलदा सानू देखण नूं। फिर जिन्ने भी युद्ध होए ने वो गावां दे लई होए आ। हाँ जी बिल्कुल ठीक आ, गां दा जिक्र रिगवेद विच बहुत बार सानू मिलदा वा ते गां ही मेन संपत्ति मन्नी जांदी सी। ठीक है, फिर उस तो बाद असीं गल करदे हां, वो कहंदे दान दे विच भी गां ही दित्ती जांदी सी, ना कि जगह दित्ती जांदी सी। ठीक है, तो इसका राइट आंसर है ऑप्शन नंबर डी, ऑल ऑफ द अबव। ठीक है जी, अगला प्रश्न, आर्यन लोग पूर्व आर्यना नाल अपने टकराव विच सफल होए क्यों? क्यों इसका मतलब है कि अपने लोग अपने कोल जे आपां गल करिए आर्यन लोग पूर्व आर्यना नाल अपने टकराव विच सफल होए क्योंकि देखो इसदा मतलब की आ कि अपने कोल जिहड़े काल आ, एक रिग काल आ, रिगवेदिक काल आ ते दूजा उत्तर वैदिक काल आ। रिगवेदिक काल नालों उत्तर वैदिक काल ज़्यादा फेमस होया, वो ज़्यादा ग्रोथ किया, उन्हें ज़्यादा ग्रोथ की क्यों? कहते उसका कारण की है, वो कारण पूछ रहे हैं। इसका मीनिंग यही है कि रिगवेदिक काल ते उत्तर वैदिक काल दे विचों जां आपां कह सकते उत्तर वैदिक काल ज़्यादा फेमस होने का कारण पूछ रहे हैं वो कि आ। उत्तर वैदिक काल का ज़्यादा फेमस होने का कारण सीगा कि वो घोड़ियां रथां अते गड्डियां का यूज़ किया सी उन्होंने, इस करके वो ज़्यादा फेमस हो गए सी। तो इसका राइट आंसर है ऑप्शन नंबर डी। अगला प्रश्न, हेठ लिखे वेदां विचों किहड़ा वेद मुढ़ले वैदिक युग की सभ्यता बारे जानकारी दिंदा? हाँ जी, मुढ़ले वैदिक युग की सभ्यता बारे जानकारी दिंदा ऋग्वेद। ऑप्शन नंबर ए इज़ द राइट आंसर। अगला प्रश्न, वैदिक गणित का सब तो महत्वपूर्ण पाठ किहड़ा है? हाँ जी, वैदिक गणित का सब तो महत्वपूर्ण पाठ आ सुलभ सूत्र। ऑप्शन नंबर सी इज़ द राइट आंसर। अगला प्रश्न, हेठ लिखियां विचों किहड़ी कारीगरी आर्यना द्वारा नहीं की गई? हाँ जी, जिहड़े आर्यन लोगों द्वारा इन्हां दे विचों किहड़ी कारीगरी आ, किहड़ा काम आ जिहड़ा आर्यन लोग नहीं करते सी? सब तो पहला जे असीं गल करिए, पहला ही ऑप्शन आ तुहाडी बर्तन दी, बर्तन भी इन्हां द्वारा बनाए भी गए सी, किते भी वरते भी जाते सी, गहने भी ठीक है वरते भी जाते सी, बनाए भी जाते सी, औजार भी वरते भी जाते सी ते बनाए भी जाते सी, पर जो ब्लैक स्मिथ आ इन्हां दी वरतों इन्हां ने नहीं की सी। ऑप्शन नंबर डी इज़ द राइट आंसर। अगला प्रश्न, किस नूं आयुर्वेद के अभियासियों द्वारा दवाई का देवता कहा जाता है? हाँ जी, इन्हां दे विचों जिहड़ियां ऑप्शनस तुहाडे सामने आ भी किन्हां नूं दवाइयां दा देवता कहा जाता है, तो यह कहा जाता है धनवंतरी नूं। ऑप्शन नंबर सी इज़ द राइट आंसर। धनवंतरी ने आयुर्वेद का ग्रंथ लिखिया ते बहुत तकड़े डॉक्टर सी प्राचीन काल दे। अगला प्रश्न, हेठ लिखियां विचों किहड़ा गलत मेल खांदा है? हाँ जी, जिहड़ा गलत मेल खांदा वो दसना। उन्होंने लिखिया जिहड़ा सामवेद आ वो नॉलेज ऑफ साइंस आ। की सामवेद नॉलेज ऑफ साइंस आ? नहीं, सामवेद मैं तुहानूं पहलां दसिया किहदे नाल रिलेटिड आ, संगीत नाल रिलेटिड आ। गाउण वालियां रचनावां इहदे विच मिलदियां वा, गाउण वालियां रचनावां दा समूह आ सामवेद। ठीक है, ऑप्शन नंबर ए ही इसका राइट आंसर है। अगे ऋगवेद की गल कर लैंदे आ। ऋगवेद उन्हें क्या मंत्रां अते रचावां दा समूह आ। हाँ जी बिल्कुल, मंत्रां अते रचनावां दा समूह आ ऋगवेद। अथर्वेद आ जिहड़ा यह जादू टूना इस दे विच दस्सिया गया वा, मैजिक फॉर्मूलास। हाँ जी, ये भी बिल्कुल ठीक आ। अगे युरवेद आ जिहड़ा इहदे विच जग्गां दी गल कीती आ, ये भी बिल्कुल ठीक है। ठीक है जी, ऑप्शन ए ही राइट आंसर है कि जिहड़ा सामवेद आ वो गाउण वालियां रचनावां दा समूह आ, ना कि साइंस दा। हाँ जी, अगला प्रश्न, हेठ लिखियां विचों किस नूं देवांत कहा जाता है? हाँ जी, इन्हां दे विचों देवांत किस नूं कहा जाता है? देवांत की जे असीं गल करिए तां देवांत देखो एक देवांत नहीं गा, इत्थे बाय मिसटेक टाइप होया होया, ये हैगा वेदांग वेदाग। ठीक है, वेदाग, इन्हां दी जिहड़ी गिनती है 6 आ। इन्हां दे विचों वेदांग किस नूं कहा गया? उपनिषद नूं कहा गया। ऑप्शन नंबर सी इज़ द राइट आंसर।
अगला प्रश्न, हिंदू इतिहास के संदर्भ विच भगवान विष्णु के 10 अवतारां विचों किहड़ा विकल्प नहीं आ? हाँ जी, हिंदू इतिहास के संदर्भ दे विच भगवान विष्णु के 10 अवतार आ ते उन्हां 10 दे विचों इन्हां दे विचों किहड़ा विकल्प नहीं गा। जे इन्हां दी गल करिए तां इन्हां दे विचों विकल्प नहीं गा गरुड़। गुरुड़ इन्हां दी सवारी मन्निया जांदा वा, ना कि इन्हां दे अवतार मन्निया जांदा। ठीक है, इस तो इलावा सब तो पहलां भगवान विष्णु ने मच्छी का अवतार लिया सी जिन्हों मत्स्य लिखिया। ठीक है, उस तो बाद कुरम जानी कि कशु कुमा का अवतार भी लिया सी ते सूर का अवतार भी लिया सी। ठीक है, ऑप्शन ए इज द राइट आंसर है गुरुड़। अगला प्रश्न है जी, कोल्डी हवा का पुरातत्व स्थान इत्थे स्थित है? हाँ जी, कित्थे स्थित है इन्हां ऑप्शनस दे विचों? उत्तर प्रदेश दे विच। ऑप्शन नंबर सी इज द राइट आंसर। अगला प्रश्न, प्राचीन सभ्यतावां विचों हेठ लिखियां विचों किहड़ी सभ्यता सब तो वड्डी आ? हाँ जी, प्राचीन सभ्यतावां दी जे असीं गल करिए तां सब तो वड्डी आ सिंध घाटी की सभ्यता। ऑप्शन नंबर डी इज द राइट आंसर। किस धर्म के नाल 24 तीर्थंकर संबंधित सन? हाँ जी, जैन धर्म के नाल 24 तीर्थंकर संबंधित सन। ऑप्शन नंबर बी इज द राइट आंसर। इस तो इलावा तुहानूं क्वेश्चन इस तरह आ सकदा कि जैन धर्म के नाल किन्ने तीर्थंकर संबंधित सन? तो राइट आंसर होवेगा 24। पहला किहड़ा? ऋषभदेव ते 23वें आ साडे पार्श्वनाथ ते 24वें आ वर्धमान महावीर स्वामी। ते वर्धमान महावीर स्वामी तुहाडे लई बहुत इंपॉर्टेंट है, इन्हां दे नाल रिलेटेड MCQ एग्जाम दे विच अक्सर देखे गए आ। ठीक है जी, अगला प्रश्न असीं करते हैं, स्वैतावर अते दिगंबर दो संप्रदावां हन? हाँ जी, स्वैतावर अते दिगंबर दो संप्रदावां ने जैन धर्म दियां। ऑप्शन नंबर बी इज द राइट आंसर। देखो, जदों पहली जैन सभा हुई सी ना, उस दे विच इसनूं दो भागां दे विच डिवाइड कर दिता गया सी, एक स्वैतावर अते एक दिगंबर। ते जिहड़ी दिगंबर सी इस दे प्रधान सीगे भद्र बाहू। ये नंगे रहिंदे सीगे। क्यों नंगे रहिंदे सी? इन्हां ने कपड़ियां दा त्याग कीता सीगा। इत्थे तुहानूं निव सतर भी लिखिया आ सकदा, इसका मतलब है कि ये नंगे रहिंदे सी, कपड़े नहीं पहनदे सी, इन्हां ने कपड़ियां दा त्याग कीता सीगा। ते दूसरा जिहड़ा सीगा स्वैतावर, स्वैतावर दे विच की सीगा, इस दे जिहड़े प्रधान सीगे वो सीगे सदुरभद्र ते ये सफेद कपड़े पा के रखदे सी। इन्हां दा प्रमुख केंद्र की सीगा? इन्हां दा प्रमुख केंद्र सीगा मगध, जिहड़ा कि बिहार वाला एरिया वा वो पहला मगध दे नाम नाल जाणिया जांदा सी। ठीक है, ते जेकर असीं गल करिए दिगंबर दी तां इस दे किन्ने, इस दा एरिया किहड़ा वा? कर्नाटक। ठीक है, ये भी तुसीं ध्यान च रखना। अगला प्रश्न, वर्धमान महावीर ने किहड़ी भाषा विच प्रचार किया? आंसर तुहाडे सामने शो हो गया। वर्धमान महावीर ने प्राकृत भाषा दे विच प्रचार किया सी। ऑप्शन नंबर डी इज द राइट आंसर, प्राकृत। ठीक है, प्राकृत भाषा दे विच इन्हां ने प्रचार किया सीगा ते इन्हां दी जिहड़ी लिपि आ, प्राकृत भाषा दी लिपि किहड़ी आ? तां इस दी लिपि आ ब्रहमी लिपि। ठीक है जी, अगला प्रश्न, पहली जैन सभा की प्रधानगी कीती सी? हाँ जी, पहली जैन सभा की प्रधानगी किन्हां ने कीती सी? जिहड़ी पहली जैन सभा हुई सी इस दी प्रधानगी कीती सी स्थूलवदर ने। ऑप्शन नंबर बी इज द राइट आंसर। स्थूलवदर ने इस दी प्रधानगी कीती सी जिहड़ी पहली जैन सभा हुई सी। ते पहली जैन सभा कदों हुई सी ये असीं अगे जाके डिस्कस करांगे। ठीक है जी, अगला प्रश्न, करनाटक विच जैन धर्म नूं किस राजे ने फैलाया सी? हाँ जी, करनाटक दे विच जैन धर्म नूं किस राजे ने फैलाया सी? हाँ जी, किहड़े राजे ने करनाटक दे विच जैन धर्म नूं फैलाया सी? ऑप्शन नंबर ए चंद्रगुप्त मौर्य। चंद्रगुप्त मौर्य ने करनाटक दे विच जैन धर्म नूं फैलाया सी। ऑप्शन नंबर ए इज द राइट आंसर। अगला प्रश्न है जी, पहला तीर्थंकर कौन सी? हाँ जी, मैं तुहानूं ऑलरेडी दस दिता कि पहले तीर्थंकर कौन सी? ऋषभनाथ। ठीक है, इन्हां ने जैन धर्म की स्थापना की सी, पर जैन धर्म के रीयल फाउंडर आ जो मन्ने जाते हैं वर्धमान। ठीक है, इस गल का तुसीं ध्यान रखना। तो पहले तीर्थंकर आ ऋषभनाथ। ऑप्शन नंबर ए इज द राइट आंसर। अगला प्रश्न, तीर्थंकर कौन है ते जिसकी इतिहासिकता ते शक तो परे आ? मतलब जिसकी इतिहासिकता ते जिसकी हिस्टरी ते शक नहीं किया जा सकता वो तीर्थंकर कौन आ? तो वो मन्ने गए आ पार्श्वनाथ। ऑप्शन नंबर डी इज द राइट आंसर। देखो, पार्श्वनाथ इन्हां दे पिता का नाम सी अश्वसेन। ये काशी दे सी,
काशी जानी कि वाराणसी दे सी, ठीक है, ये भी तुसीं याद रखना। राजा सी ये काशी दे जानी कि वाराणसी दे राजा सी, ठीक है जी। अगला प्रश्न, हाँ जी, ऋग्वेद विच तीर्थंकर दा नाम दर्ज आ, किहड़े ऋग्वेद आ जिहड़ा असीं जे गल करिए किहड़े तीर्थंकर दा नाम ऋग्वेद दे विच दर्ज आ, तो ऋषभदेव रारे ते याद रखना, ऋषभदेव का नाम ऋग्वेद दे विच दर्ज आ, ठीक है। तो इन्हां नूं आदिनाथ के नाम नाल भी जानिया जाता है। ऑप्शन नंबर बी इज़ द राइट आंसर ऋषभदेव। तुहानूं ऋषभनाथ भी लिखिया आ सकदा, ऋषभदेव भी लिखिया आ सकदा, ठीक है, ध्यान रखना इसका। अगला प्रश्न, वैदिक साहित्यक विच दर्ज तीर्थंकर कौन है? हाँ जी, वैदिक साहित्य की जे असीं गल करिए तो इस दे विच दर्ज तीर्थंकर कौन आ, तो वो ने, हाँ जी, एक तो मैं तुहानूं नाम पहलां ही दस्सिया वा कि वैदिक दे विच वैदिक साहित्य दे विच कौन दर्ज आ, ऋषभनाथ, ते दूसरे कौन आ? हाँ जी, इन्हां तो इलावा दूसरे ने अरिस्टनेमी, ठीक है, अरिस्टानेमी भी आ सकदा, अरिस्टनेमी भी आ सकदा। ऑप्शन नंबर सी इज़ द राइट आंसर, ठीक है। इन्हां दोनों के नाम आ जिहड़े वैदिक साहित्य दे विच दर्ज आ। अगला प्रश्न, पार्शवनाथ किस राज नाल संबंध रखते सन? हाँ जी, पार्शवनाथ मैं तुहानूं ऑलरेडी दस्सिया कि वाराणसी दे नाल संबंध रखते सी। ऑप्शन नंबर सी इज़ द राइट आंसर। अगला प्रश्न है जी, महावीर का जन्म स्थान किहड़ा है? हाँ जी, महावीर का जन्म स्थान किहड़ा है? तो इन्हां दा जन्म स्थान आ कुंडग्राम। ऑप्शन नंबर सी इज़ द राइट आंसर, कुंडग्राम। इन्हां दा जन्म होया कदों आ? 540 BC दे विच कुंडग्राम दे विच इन्हां दा जन्म होया, ठीक है जी। अगला प्रश्न, किस नदी के किनारे कैवल्या प्राप्त किया सी? हाँ जी, कैवल्या बोलते हैं पूर्ण ज्ञान नूं, तो पूर्ण ज्ञान किस नदी के किनारे प्राप्त किया सी? महावीर ने, ठीक है। इसका ध्यान रखना कि किन्ना बारे गल हो रही है, महावीर बारे गल हो रही है। तो इन्हों पूर्ण ज्ञान कदों प्राप्त होया सी ते किस नदी के किनारे प्राप्त होया सीगा? ऋतुपालिका नदी के किनारे प्राप्त होया सी। ऑप्शन नंबर सी इज़ द राइट आंसर। ते नदी के किनारे साल के दरख्त हेठां, दरख्त का नाम याद रखना साल के दरख्त हेठां होया सी। ते पिंड का नाम की है जिथे होया सी? यूपिंक, ठीक है, मैं लिख दिनी है यू। अगला प्रश्न है जी, महावीर किस दी आग्या नाल तपस्वी बने? हाँ जी, महावीर किस दी आग्या नाल तपस्वी बने सी? अपने वड्डे भरा दी आग्या नाल। वड्डे भरा दा नाम की है? नंदीवर्धन। ऑप्शन नंबर डी इज़ द राइट आंसर। अगला प्रश्न है जी, जैन धर्म के अनुसार किहड़ा ज्ञान का स्रोत नहीं है? हाँ जी, जैन धर्म के अनुसार ज्ञान का स्रोत किहड़ा नहीं गा? देखो, जेकर असी गल करिए परीक्षता दी, तो यह भी जैन धर्म का ज्ञान का स्रोत आ, ठीक है। तो जेकर असी गल करिए अनुमान की, यह भी ज्ञान का स्रोत मन्निया गया वा। तो तीर्थंकर का तुहानूं पहले ही पता वा कि ग्रान, इन्ना तीर्थंकर का भी कहना वा कि यह ग्रान का स्रोत ही मन्निया गया वा। जिहड़ा तीर्थंकरां का कहना वा ओह, जां कह सकदे उन्हां दे वचन सी जो, उन्हां नूं भी ज्ञान ही मन्निया गया। पर वेदां की गल करिए, जैन धर्म ये मनदा कि वेदां दे विच किसी भी प्रकार का ज्ञान नहीं गा, ठीक है। ऑप्शन नंबर डी इज़ द राइट आंसर। अगला प्रश्न, जैन साहित्य के कितने अंग हैं? हाँ जी, जैन साहित्य के कितने अंग आ? देखो, जैन साहित्य आ जे, आगम लिखिया आ जे, पूर्व लिखिया आ जे, इसका मतलब जैन धर्म की ही गल हो रही है, ठीक है। जैन साहित्य लिखिया आ जे, इस तो इलावा आगम लिखिया आ जे, इस तो इलावा पूर्व लिखिया आ जे। तो जिहड़ा जैन साहित्य इस दे 12 अंग सी ते 12 ही उपअंग सी। किन्ने अंग सी? 12 अंग सी, 12 उपअंग सी। इन्हां दे विचों 10 परिकरण सी, 6 संध सूत्र सी, 4 मूल सूत्र सीगे। तो इन्हां नूं लिखिया किहदे विच गया सी? वैसे जे असीं गल करिए जैन साहित्य नूं, तो इसनूं मैं तुहानूं ऑलरेडी दस्सिया प्राकृतिक भाषा दे विच लिखिया गया सी, ठीक है जी। तो हुण तुहानूं पता लग गया होवेगा कि इस दे किन्ने अंग आ? 12। ऑप्शन नंबर बी इज़ द राइट आंसर। अगला प्रश्न, पहली जैन सभा की प्रधानगी किसने की सी? हाँ जी, पहली जैन सभा की प्रधानगी किन्ना ने की सी? स्थूलभद्र ने की सी। ऑप्शन नंबर सी इज़ द राइट आंसर। पहली जैन सभा कदों हुई सी? पहली जैन सभा लगभग 300 BC के आस पास हुई सी ते इसनूं चंद्रगुप्त मौर्य द्वारा करवाया गया सी ते इस दे प्रधान बनाए गए सी स्थूलभद्र। ते जैन सभा हुई कित्थे सी? पहली जैन सभा पाटलीपुत्र दे विच हुई सी, ठीक है।
इस गल का भी तुसी ध्यान रखना। अगला प्रश्न, दूजी जैन सभा कित्थे हुई सी? समिति ला लो जां सभा ला लो, सेम ही मीनिंग हुंदा। दूजी जैन सभा कित्थे हुई सी? तां इह हुई सी बलावी दे विच, ठीक है। कित्थे हुई सी? बलाबी दे विच। ऑप्शन नंबर बी इज़ द राइट आंसर। ये कित्थे आ? गुजरात दे विच आ, ठीक है। ते जो दूसरी जैन सभा कदों हुई सी? दूसरी जैन सभा 512 ईस्वी दे विच हुई सी, ठीक है जी। ते इस नूं किहने करवाया सीगा? इस नूं करवाया सीगा कुमार गुप्त ने, ठीक है। तो इसकी प्रधानगी किन्ना ने की सी? ऋषि देवादी ने। हो सकता देवादी ऋषि आ जाए, हो सकता ऋषि देवादी आ जाए, ठीक है। ये अगे पिछे आ सकते हैं लिखे हुए। अगला प्रश्न, पंचम शब्द का की अर्थ है? हाँ जी, पंचम शब्द का की अर्थ आ? पंचम शब्द का अर्थ आ देखो 5 रूल, ठीक है, 5 निज़म। ऑप्शन नंबर बी इज़ द राइट आंसर। किहड़े किहड़े निज़म आ वो? सच, अहिंसा, सच ते अहिंसा तो तुहानूं पता। इस तो इलावा अस्तेव, ठीक है, अस्त्या। उस तो बाद आपां गल करिए अपरिग्रह आ सकदा, ठीक है। 5 तंत दी 5 रूल की जे गल करिए तो पंजवां सीगा ब्रह्मचारिया, ब्रह्मचारिया, ठीक है। इसका हुण तुसीं ध्यान रखना। पहला सीगा सच, जानी कि असीं सारे सच बोलते हैं, सच बोलना। अहिंसा, किसी तो हिंसा ना करनी, मतलब कि किसी दे कीड़ी तक दे डंडा भी ना मारना, ठीक है। अस्त्या मतलब कदे चोरी ना करनी। अपरिग्रह मतलब किसी की संपत्ति ते कोई हक ना जमाना। ब्रह्मचारिया, ये जिहड़ा ब्रह्मचारिया वा ये इंपॉर्टेंट आ। ये शब्द वर्धमान ने जोड़िया सी, इसका मतलब आ इस्त्री तो दूरी, ठीक है। ये 5 तत्थ आ, 5 रूल आ। अगला प्रश्न आ, महावीर ने किन्ने गंधर नियुक्त किए सी? हाँ जी, महावीर ने किन्ने गंधर नियुक्त किए सी? तां इन्हां ने किन्ने किए सीगे जी? मैं देखो आप गल करिए 11 किए सी इन्हां ने वैसे तो। ऑप्शन नंबर सी इज़ द राइट आंसर है। डिटेल दे विच गल करते हैं कि गंधर की हुंदा वा, ठीक है। इत्थे लिखिया ना गंधर, ये की हुंदा वा? जिवें आप गल करिए महावीर आ, इन्हां दे चेले बहुत ज़्यादा सी, मान के चलो इन्हां दे 100 चेले सी, ठीक है। इन्हां 100 दे विचों इन्हां ने 11 बंदे मेन चुन लए सी। ਜਿਹੜੇ 11 ਬੰਦੇ ਇਹਨਾਂ ਨੇ ਮੇਨ ਚੁਣੇ ਸੀ, ਇਹ 11 ਬੰਦੇ ਇਹਨਾਂ 100 ਚੇਲਿਆਂ ਨੂੰ ਡੀਲ ਕਰਦੇ ਸੀ, ਜਾਣੀ ਕਿ 11 ਬੰਦੇ 100 ਚੇਲਿਆਂ ਨੂੰ ਕੰਟਰੋਲ ਕਰਦੇ ਸੀ। ਅਤੇ ਜੇਕਰ ਇਹਨਾਂ ਦੇ ਵਿੱਚੋਂ ਆਪਾਂ ਗੱਲ ਕਰੀਏ 10 ਦੀ ਤਾਂ ਮਹਾਵੀਰ ਦੇ ਸਮੇਂ ਹੀ ਮੌਤ ਹੋ ਗਈ ਸੀ, ਬਚਿਆ ਸੀ ਸਿਰਫ ਇੱਕ, ਉਹਨਾਂ ਦਾ ਨਾਮ ਕੀ ਸੀ? ਸੁਦਰਮਨ, ਠੀਕ ਹੈ। ਫਿਰ ਉਸ ਨੂੰ ਜੈਨ ਧਰਮ ਦਾ प्रधान बना दिता गया सी, जां आपां कह सकते हैं जैन संघ का प्रधान बना दिता गया सी, ठीक है। इस गल का ध्यान रखना। अगला प्रश्न, जैन साहित्य विच किहड़ा शब्द लागू नहीं हुंदा? हाँ जी, जैन साहित्य की जे असीं गल करिए तो इस दे विच किहड़ा शब्द आ जिहड़ा लागू नहीं हुंदा? देखो अगम, अंगा ते चुरिका, ठीक है। ये की है? जैन साहित्य के शब्द आ। पर जे असीं गल करिए पिटक की, यह बौद्ध धर्म का, पिटक किहदा वा? बौद्ध धर्म का। ऑप्शन बी इज़ द राइट आंसर है। अगला प्रश्न, वर्धमान महावीर का जन्म होया सी? हाँ जी, वर्धमान महावीर का जन्म कदों होया जां कित्थे होया? वर्धमान महावीर का जन्म 500 BC दे विच होया, 500 BC दे विच होया। पर तुहानूं ना 599 मिलूगा कई बुक्स दे विच, ये वैलिड नहीं गा। जिहड़ी NCERT आ वो 500 BC कहती है, तो तुहाडा NCERT के अकॉर्डिंग ही राइट मन्निया जाना। इस गल का ध्यान रखना। वर्धमान महावीर का जन्म 500 BC दे विच कित्थे होया सी? कुंडग्राम दे विच होया सी। ऑप्शन नंबर ए इज़ द राइट आंसर। अगला प्रश्न, जैन धर्म के त्रिरत्न विच हेठां लिखियां विचों किहड़ा शामिल है? हाँ जी, देखो जैन धर्म के त्रिरत्न आ, ठीक है। 3 रतन कह सकते हैं, या 3 भी हो सकता, 3 भी हो सकता। त्रिरतन दे विचों इन्हां दे विचों किहड़े-किहड़े शामिल आ? देखो पहला हैगा सच्चा विश्वास, फिर सच्चा ज्ञान, फिर सच्चा आचरण, ठीक है। जां चंगा विश्वास, चंगा ज्ञान, चंगा आचरण, यानी कि ऑल ऑफ द अबव इज़ द राइट आंसर है। उपरोक्त सारे ही त्रिरतन मतलब ये 3 जिहड़े रतन आ यह जैन धर्म दे विच शामिल आ। अगला प्रश्न है जी, वर्धमान महावीर की माता कौन सी? हाँ जी, वर्धमान महावीर के पिता कौन सी? पहला ये तुसी कमेंट बॉक्स दे विच लिखोगे क्योंकि असीं उपर गल कर चुके हैं, ठीक है। तो वर्धमान महावीर की माता कौन सी? तो इन्हां दी माता सी जी तरिशला। ऑप्शन नंबर ए इज़ द राइट आंसर। तो ये राजा चेतक की भैन सी। अगला प्रश्न,
ਵਰਧਮਾਨ ਮਹਾਵੀਰ ਨੂੰ ਡੈਸ਼ ਵੀ ਕਿਹਾ ਜਾਂਦਾ ਹੈ। ਹਾਂਜੀ, ਵਰਧਮਾਨ ਮਹਾਵੀਰ ਨੂੰ ਜੈਨ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ठीक है, ऑप्शन नंबर बी इज़ द राइट आंसर है जैन। जैन का मतलब होंदा वो व्यक्ति जिसने अपने 5 ज्ञान इंद्रियां नूं जित लिया होवे उसनूं असीं बोलदे हां जैन। ठीक है, वर्धमान महावीर नूं जैन बोलिया जांदा सी। ठीक है जी, अगला प्रश्न है जैन धर्म दीयां 5 कस्मां नाल संबंधित हन। हाँ जी, जिहड़ियां जैन धर्म दीयां 5 कस्मां ने वो किहड़ियां ने जां किस नाल, इन्हां दे विचों किहड़ी ऑप्शन उस दे नाल संबंधित आ तो इसका राइट आंसर होवे। देखो असीं इन्हां दी गल कर चुके हैं, राइट नॉलेज, राइट फेथ, राइट कंडक्ट, इन्हां दी गल असीं कर चुके हैं कि ये त्रिरत्न आ जैन धर्म दे। ठीक है, पर उन्होंने पूछिया 5 कस्मां। 5 कस्मां मैं तुहानूं पहलां दस्सिया, सच, अहिंसा, अस्त्या, अपरिग्रह ते ब्रह्मचार्य। इसका मतलब इसका राइट आंसर है नन ऑफ दीज, यानी कि इन्हां विचों कोई नहीं। अगला प्रश्न है जी वर्धमान महावीर की मौत कदों हुई। हाँ जी, वर्धमान महावीर की मौत कदों हुई सी? 70 साल की उम्र दे विच हुई सी। ठीक है, तो इत्थे ये पूछ रहे हैं कि वर्धमान महावीर की मौत होई सी कित्थे हुई सी? पावा दे विच। ऑप्शन नंबर ए इज़ द राइट आंसर। देखो 468 BC दे विच पावापुरी दे विच इन्हां दी डैथ हुई सी। ठीक है, तो इन्हां दी मौत नूं जैन धर्म दे विच निर्वाण बोलिया जांदा, बौद्ध धर्म दे विच महापरिनिर्वाण बोलिया जांदा। तो 42 साल की उम्र विच इन्हां नूं ज्ञान मिलिया सी, 70 साल की उम्र विच इन्हां दी मौत हो गई। उस स्थान का जिक्र करो जिथे बुद्ध ने ज्ञान प्राप्त किया सी। हाँ जी, बुद्ध ने ज्ञान कित्थे प्राप्त किया सी? बोध गया दे स्थान ते। देखो इन्हां ने 29 साल की उम्र विच घर का त्याग कर दिता सी बुद्ध ने। ठीक है, फिर 6 साल इन्हां ने कठोर तपस्या की, 35 साल की उम्र विच बोध गया दे विच ये पिपल दे दरख्त हेठां, पिपल दा दरख्त सीगा निरंजना नदी दे किनारे। ठीक है, इत्थे इन्हां नूं ज्ञान की प्राप्ति हो गई सी बोध ज्ञान दे विच। ऑप्शन नंबर बी इज़ द राइट आंसर। अगला प्रश्न है जी, हाँ जी, पहली बोध सभा कित्थे होई सी? देखो जिहड़ी पहली बोध सभा वा ये हुई सी राजगृह दे विच। ऑप्शन बी इज़ द राइट आंसर। राजगृह दे विच अजात शत्रु राजे ने 483 BC दे विच ये जिहड़ी बोध सभा वा करवाई सी। ठीक है, दूजी कित्थे होई सी? विशाली दे विच। तीजी होई सी पाटलीपुत्र दे विच ते चौथी होई सी कश्मीर दे विच। ठीक है, इस गल दा तुसीं ध्यान रखना। अगला प्रश्न है जी, बोधियां दी पवित्र किताब हेठ लिखियां विचों किहड़ी है? हाँ जी, बोधियां दी पवित्र किताब इन्हां दे विचों आ त्रिपिटक। ऑप्शन सी इज़ द राइट आंसर। पिटक का इत्थे मतलब आ ज्ञान की टोकरी। ते त्रिपिटक दे विच एक सुत पिटक, दूजा विनय पिटक ते तीजा अभिधम पिटक की जानकारी मिलती आ। जिहड़े सूत पिटक आ इसकी रचना की सी आनंद ने, ते विनय पिटक की रचना की सी उपाली ने, ते अभिधम पिटक की रचना की सी सोगली तिसपुत्र ने। ठीक है, इस गल का तुसीं ध्यान रखना। अगला प्रश्न है जी, अशोक ने तीजी बौद्धिक कौंसल नूं कित्थे बुलाया सी? हाँ जी, जिहड़ी सभा हुई सी तीजी अशोक ने करवाई सी 250 BC दे विच। ते तीजी जिहड़ी सभा वा वो कित्थे हुई सी? मैं तुहानूं ऑलरेडी दस चुकी हाँ, पाटलीपुत्र दे विच। ऑप्शन ए इज़ द राइट आंसर। दूजी हुई सी वैशाली दे विच, पहली हुई सी राजगृह दे विच ते चौथी हुई सी कश्मीर दे विच। ठीक है, अगला प्रश्न, बौद्ध कबीले का नाम दसो। हाँ जी, जिहड़ा बौद्ध का कबीला सी वो की सी? बौद्ध का कबीला सीगा जी शाक्या। ठीक है, वैसे तुहानूं शाक्या कुंद लिखिया आ सकदा ते साक्या कुछ भी लिखिया आ सकदा, ध्यान रखना। साक्या कुंद सी पूरा नाम बौद्ध कबीले का नाम। ते महात्मा बुद्ध के पिता का नाम सी शुद्धोधन। ठीक है जी, अगला प्रश्न, गौतम बुद्ध का जन्म कित्थे होया सी? हाँ जी, गौतम बुद्ध का जन्म कित्थे होया सी? ये होया सी जी लुम्बिनी दे विच। ऑप्शन नंबर डी इज़ द राइट आंसर। ये कित्थे आ? ये नेपाल दे विच आ ते वर्तमान समय दे विच इस नूं
ਰੁਮਨਦੇਈ ਵੀ ਬੋਲਦੇ ਆ। ਕੀ ਬੋਲਦੇ ਆ? ਰੁਮਨਦੇਈ। ਠੀਕ ਹੈ। ਇਹ ਨੇਪਾਲ ਦੇਸ਼ ਦੇ ਰਾਜ ਕਪਿਲ ਵਸਤੂ ਦਾ ਇੱਕ ਛੋਟਾ ਜਿਹਾ ਪਿੰਡ ਆ ਰੁਮਨਦੇਈ, ਤੇ ਇੱਥੇ ਮਹਾਤਮਾ ਬੁੱਧ ਦਾ ਜਾਂ ਆਪਾਂ ਕਹਿ ਸਕਦੇ ਗੌਤਮ ਬੁੱਧ ਦਾ ਜਨਮ ਹੋਇਆ ਸੀ। ਅਗਲਾ ਪ੍ਰਸ਼ਨ, ਮਹਾਵੀਰ ਦੀ ਮਾਂ ਕੌਣ ਸੀ? ਹਾਂਜੀ, ਮਹਾਵੀਰ ਦੀ ਮਾਂ ਦਾ ਨਾਮ ਸੀ ਤ੍ਰਿਸ਼ਲਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਇਹ ਸ਼ਿਲਵੀ ਵੰਸ਼ ਦੇ ਰਾਜਾ ਚੇਟਕ ਦੀ ਭੈਣ ਸੀ। ਅਗਲਾ ਪ੍ਰਸ਼ਨ ਆ ਜੀ, ਮਹਾਵੀਰ ਦਾ ਜਨਮ ਇੱਕ ਖੱਤਰੀ ਕਬੀਲੇ ਵਿੱਚ ਹੋਇਆ ਸੀ। ਠੀਕ ਹੈ, ਮਹਾਵੀਰ ਦਾ ਜਨਮ ਇੱਕ ਖੱਤਰੀ ਕਬੀਲੇ ਦੇ ਵਿੱਚ ਹੋਇਆ ਸੀ। ਇਸ ਦਾ ਨਾਮ ਆ ਜਾਤਰਕ ਕੁਲ। ਠੀਕ ਹੈ, ਜਾਤਰਕ ਕੁਲ। ਤੇ ਕਿਸੇ ਬੁੱਕ ਦੇ ਵਿੱਚ ਤੁਹਾਨੂੰ ਇਸ ਦਾ ਨਾਮ ਜਾਂਤਰਿਕਾ ਵੀ ਲਿਖਿਆ ਮਿਲ ਸਕਦਾ। ਵੈਸੇ ਪੰਜਾਬੀ ਦੇ ਵਿੱਚ ਇਸ ਨੂੰ ਅਸੀਂ ਜਾਤਰਕ ਕੁਲ ਹੀ ਬੋਲਾਂਗੇ। ਠੀਕ ਹੈ ਜੀ। ਅਗਲਾ ਪ੍ਰਸ਼ਨ, ਤੀਜੀ ਬੋਧੀ ਪਰਿਸ਼ਦ ਦੁਆਰਾ ਸਰਪ੍ਰਸਤੀ ਦਿੱਤੀ ਗਈ ਸੀ। ਹਾਂਜੀ, ਤੀਜੀ ਬੋਧੀ ਪਰਿਸ਼ਦ ਦੁਆਰਾ ਸਰਪ੍ਰਸਤੀ ਦਿੱਤੀ ਗਈ ਸੀ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਤੀਜੀ ਬੋਧੀ ਕੌਂਸਲ ਆ ਜਿਹੜੀ ਮੀਟਿੰਗ ਆ ਜਿਹੜੀ ਜਾਂ ਸਭਾ ਵਾ, ਇਹ ਪਾਟਲੀਪੁੱਤਰ ਨੇ ਕਰਵਾਈ। ਪਾਟਲੀਪੁੱਤਰ ਦੇ ਵਿੱਚ ਹੋਈ ਸੀ ਤੇ ਕਰਵਾਈ ਕਿਹਨਾਂ ਨੇ ਸੀ? ਅਸ਼ੋਕਾ ਨੇ ਕਰਵਾਈ ਸੀ। ਠੀਕ ਹੈ, ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੈ। ਕਿਸੇ ਵੀ ਤਰ੍ਹਾਂ ਤੁਹਾਨੂੰ MCQ ਘੁਮਾ ਫਰਾ ਕੇ ਆ ਸਕਦਾ, ਸੋ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਵਿਸਾਖ ਪੂਰਨਿਮਾ ਦਾ ਬਹੁਤ ਮਹੱਤਵ ਹੈ ਕਿਉਂਕਿ ਇਹ ਕਿਸ ਦਿਨ ਸੀ? ਦੇਖੋ, ਜਿਹੜੀ ਵਿਸਾਖ ਪੂਰਨਿਮਾ ਵਾ ਇਸ ਦਾ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਇੰਪੋਰਟੈਂਟ ਆ ਇਹ, ਤੇ ਕਿਸ ਦਿਨ ਸੀਗੀ? ਦੇਖੋ, ਇਸ ਦੇ ਨਾਲ ਸਾਰੇ ਹੀ ਇੰਪੋਰਟੈਂਟ ਆ। ਮਤਲਬ ਕਿ ਜਿਹੜੀ ਵਿਸਾਖ ਪੂਰਨਿਮਾ ਵਾ ਇਸ ਦਾ ਮੀਨਿੰਗ ਆ ਕਿ ਮਹਾਤਮਾ ਬੁੱਧ ਦਾ ਜਨਮ ਵੀ ਇਸੇ ਦਿਨ ਹੋਇਆ ਸੀ, ਗਿਆਨ ਦੀ ਪ੍ਰਾਪਤੀ ਵੀ ਇਹਨਾਂ ਨੂੰ ਇਸੇ ਦਿਨ ਹੋਈ ਸੀ, ਤੇ ਇਹਨਾਂ ਦੀ ਮੌਤ ਵੀ ਇਸੇ ਦਿਨ ਹੋਈ ਸੀ। ਇਸ ਕਰਕੇ ਜਿਹੜੀ ਵਿਸਾਖ ਦੀ ਪੂਰਨਿਮਾ ਵਾ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਹੈ। ਕਿਉਂ ਮਹੱਤਵਪੂਰਨ ਆ? ਇਹਨਾਂ ਤਿੰਨਾਂ ਕਾਰਨਾਂ ਕਰਕੇ। ਅਗਲਾ ਪ੍ਰਸ਼ਨ, ਹਾਂਜੀ, ਮਿਲਿੰਦ ਪੰਨੋ ਕੀ ਹੈ? ਦੇਖੋ, ਮਿਲਿੰਦ ਪੰਨੋ ਇਹ ਰਾਜਾ ਸੀਗਾ ਮਿਨਾਂਡਰ ਅਤੇ ਨਾਗਸੈਨ। ਇਹਨਾਂ ਦੋਵਾਂ ਦੇ ਵਿਚਕਾਰ ਕੁਐਸਚਨਿੰਗ ਆਨਸਰਿੰਗ ਹੋਈ ਸੀ, ਤੇ ਇਸ ਵਾਰਤਾਲਾਪ ਸੀ ਜਿਹੜੀ ਇਹ ਵਾਰਤਾਲਾਪ ਹੋਈ ਸੀ ਇਹਨਾਂ ਦੇ ਵਿਚਕਾਰ, ਇਹਨਾਂ ਨੂੰ ਇੱਕ ਬੁੱਕ ਦੇ ਵਿੱਚ ਲਿਖ ਦਿੱਤਾ ਗਿਆ। ਤੇ ਇਹ ਜਿਹੜੇ ਬੁੱਕ ਆ ਇਹ ਇੱਕ ਬੋਧੀ ਗ੍ਰੰਥ ਆ, ਇਹ ਨਾਗਾਸੈਨ ਦੁਆਰਾ ਲਿਖਿਆ ਗਿਆ ਵਾ। ਠੀਕ ਹੈ, ਮਿਲਿੰਦ ਪੰਨੋ ਕੀ ਆ ਇਹ? ਇੱਕ ਬੋਧੀ ਗ੍ਰੰਥ ਆ। ਤਾਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ, ਤਿੱਬਤ ਵਿੱਚ ਬੁੱਧ ਧਰਮ ਫੈਲਾਉਣ ਵਾਲੇ ਬੋਧੀ ਭਿਕਸ਼ੂ ਸਨ। ਹਾਂਜੀ, ਤਿੱਬਤ ਦੇ ਵਿੱਚ ਕਿਹਨਾਂ ਨੇ ਬੁੱਧ ਧਰਮ ਫੈਲਾਇਆ ਸੀਗਾ? ਤਾਂ ਇਹ ਫੈਲਾਇਆ ਸੀ ਪਦਮ ਸੰਭਵ ਨੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਗੌਤਮ ਬੁੱਧ ਦਾ ਜਨਮ ਸਥਾਨ ਹੈ। ਗੌਤਮ ਬੁੱਧ ਦਾ ਜਨਮ ਸਥਾਨ ਹੈ। ਹਾਂਜੀ, ਇਸ ਦਾ ਮੀਨਿੰਗ ਤੁਹਾਨੂੰ ਇਹ ਪੁੱਛਿਆ ਗਿਆ ਹੈ ਕਿ ਗੌਤਮ ਬੁੱਧ ਦਾ ਜਨਮ ਸਥਾਨ ਕਿਵੇਂ ਚਿੰਨ੍ਹਿਤ ਕੀਤਾ ਗਿਆ? ਤਾਂ ਇਹ ਹੈਗਾ ਵਾ ਜੀ ਰਾਈਟ ਆਂਸਰ ਆ ਰੁਮਨਦੇਈ ਪਿਲਰ ਆਫ ਅਸ਼ੋਕ ਮੌਰੀਆ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੈ। ਇਹ ਅਸ਼ੋਕ ਨੇ ਬਣਵਾਇਆ ਸੀ। ਠੀਕ ਹੈ। ਅਗਲਾ ਪ੍ਰਸ਼ਨ, ਕੇਵਲਿਆ ਕਿਸ ਧਰਮ ਨਾਲ ਸੰਬੰਧਿਤ ਹੈ? ਹਾਂਜੀ, ਕੇਵਲਿਆ ਕਿਸ ਧਰਮ ਨਾਲ ਸੰਬੰਧਿਤ ਆ? ਜੈਨ ਧਰਮ ਦੇ ਨਾਲ ਸੰਬੰਧਿਤ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ ਆ ਜੀ, ਗੌਤਮ ਬੁੱਧ ਕਿਸ ਗਣਰਾਜ ਨਾਲ ਸੰਬੰਧਿਤ ਸੀ? ਹਾਂਜੀ, ਗੌਤਮ ਬੁੱਧ ਆ ਜਿਹੜੇ ਇਹ ਸ਼ਾਕਿਆ ਰਾਜ ਨਾਲ ਸੰਬੰਧਿਤ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ ਆ ਜੀ, ਮਹਾਵੀਰ ਦਾ ਪ੍ਰੀਨਿਰਵਾਣ ਸਥਾਨ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ? ਇਸ ਦਾ ਮੀਨਿੰਗ ਕੀ ਆ? ਉਹਨਾਂ ਨੇ ਉਹ ਸਥਾਨ ਪੁੱਛਿਆ ਜਿੱਥੇ ਉਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਸੀ ਕਿ ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ? ਤਾਂ ਇਹਨਾਂ ਨੇ ਸਾਰਨਾਥ ਦੇ ਵਿੱਚ ਦਿੱਤਾ ਸੀ। ਠੀਕ ਹੈ। ਜੇਕਰ ਤੁਹਾਨੂੰ ਸਭ ਤੋਂ ਜ਼ਿਆਦਾ ਆ ਜੇ ਤਾਂ ਸਭ ਤੋਂ ਜ਼ਿਆਦਾ ਉਪਦੇਸ਼ ਇਹਨਾਂ ਨੇ ਦਿੱਤਾ ਸੀਗਾ ਸਾਰਾਵਾਸਤੀ ਵਿੱਚ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਤੇ ਪਹਿਲਾ ਉਪਦੇਸ਼ ਆ ਜਿਹੜਾ ਪ੍ਰੀ ਨਿਰਵਾਣ ਆ, ਇਸ ਦਾ ਮੀਨਿੰਗ ਕੀ ਆ ਕਿ ਪਹਿਲਾ ਉਪਦੇਸ਼ ਇਹਨਾਂ ਨੇ ਕਿੱਥੇ ਦਿੱਤਾ ਸੀ? ਸਾਰਨਾਥ ਵਿੱਚ ਦਿੱਤਾ ਸੀ। ਆਪਸ਼ਨ बी इज द राइट आंसर है, सारनाथ है। ठीक है जी। अगला प्रश्न है जी, बुद्ध ने किहड़ी भाषा विच प्रचार किया? हाँ जी, बुद्ध ने किहड़ी भाषा दे विच प्रचार किया? तो यह प्रचार किया गया जी किहदे विच किया गया? पाली दे विच किया गया सी। ऑप्शन सी इज द राइट आंसर। अगला प्रश्न, भगवान बुद्ध ने अपना आखिरी साह कित्थे लिया सी? हाँ जी, भगवान बुद्ध ने अपना आखिरी साह आ जिहड़ा ओह लिया सी कुशीनगर दे विच। ऑप्शन
डी इज द राइट आंसर। अगला प्रश्न है जी, गंधार स्कूल ऑफ आर्ट होंद विच आया। हाँ जी, गंधार स्कूल ऑफ आर्ट होंद विच आया। कदों होंद दे विच आया सी? महायान शाखा। ऑप्शन नंबर बी इज द राइट आंसर। देखो जो 14वीं बौद्ध सभा हुई सी ना, सॉरी 14वीं नहीं, चौथी, ठीक है, फोर्थ, जो फोर्थ बौद्ध सभा हुई सी तो इस बौद्ध सभा के समय ये एक शाखा बनी सी गंधार स्कूल ऑफ आर्ट। ठीक है, गंधार की आ? गंधार एक कला हुंदी आ, ये मूर्तियां बनाउण दी कला हुंदी आ। ठीक है, मूर्तियां बनाउण दी एक शैली आ। महात्मा बुद्ध दीयां जिन्नियां भी मूर्तियां बणियां वो इसे शैली दे विच बणियां वा। तां गंधार स्कूल ऑफ आर्ट होंद विच आया। कदों आया सीगा? ये चौथी बौद्ध सभा के समय होंद दे विच आया सी, महायान शाखा के समय। ठीक है, ऑप्शन बी इज द राइट आंसर है। अगला प्रश्न, अलैगजेंडर महान दा उस्ताद सी। हाँ जी, अलैगजेंडर महान दे उस्ताद सी अरिस्टोल। अरिस्टोल इज दे उस्ताद सी। ऑप्शन डी इज द राइट आंसर है। अलैगजेंडर इन्होंने भारत विच 326 BC दे विच हमला किया सी ते इन्हां दी डेथ हुई सी 323 BC बैबीलोन दे विच। अगला प्रश्न, हाँ जी, जिसने 8 का प्रचार किया, इसका की मतलब आ? दस दी मैं तुहानूं अगे जाके पहला पढ़ लैंदे आ पूरा। जिसने 8 का प्रचार किया, मनुखता के दुखों के अंत लई फोल्ड पाथ। देखो फोल्ड पाथ का मतलब जो आप कह सकते हैं, ठीक है, फोल्ड पाथ की होंदा? मध मार्ग, मिडल पाथ जिन्हों असीं बोलते हैं। 8 का मतलब की है? अष्टांगिक मार्ग, मतलब कि 8 प्रचार। ठीक है, 8 प्रचार किन्ना ने दिते सी? महात्मा बुद्ध ने दिते सी। ऑप्शन बी इज द राइट आंसर है। महात्मा बुद्ध ने दिते सी 8 प्रचार। अगला प्रश्न है जी, भारत विच आखिरी बौद्धी पाठ का निर्माण हेठ लिखियां विचों केड़ा सी? हाँ जी, भारत विच आखिरी बौद्धी पाठ का निर्माण इन्हां दे विचों सीगा, केड़ा सीगा? इन्हां दे विचों सीगा बमसाथा पाकसनी। ठीक है, ऑप्शन डी इज द राइट आंसर है। बमसाथा पाकसनी। बौद्ध धर्म दीयां बहुत सारियां किताबां ने पर उन्हां दे विचों आखिरी किताब ये आ। ठीक है जी। अगला प्रश्न करते हैं असीं, अयंता दीयां पेंटिंगां इन्हां कहानियां नूं दर्शाउंदियां हन। देखो अजंता दीयां जिहड़ियां पेंटिंग्स आ जां पेंटिंगां वा वो किन्ना कहानियां नूं दर्शाउंदियां ने? जातक नूं दर्शाउंदियां ने। ऑप्शन सी इज द राइट आंसर है। जातक की है कि इस विच महात्मा बुद्ध दीयां 549 जन्मां दीयां कहानियां दर्शाईयां गईयां ने। अजंता दीयां पेंटिंग दा मतलब की है कि अजंता दीयां गुफावां जिहड़ियां ये महाराष्ट्र दे औरंगाबाद जिले दे विच पैंदियां वा ते इन्हां गुफां दे विच चित्र बनाए होए आ जिहड़े एक कहानी नूं दर्शा रहे आ। कुछ लिखिया नहीं होया, सिर्फ पेंटिंग कीती हुई है। ठीक है जी। अगला प्रश्न, भगवान महावीर की मौत कित्थे हुई सी? हाँ जी, भगवान महावीर की मौत हुई सी पावापुरी दे विच। ऑप्शन डी इज द राइट आंसर। 468 BC दे विच इन्हां दी डेथ हुई सी। ठीक है, 468 BC दे विच। अगला प्रश्न, बोधि ग्रंथ पिटक किस भाषा विच रचे गए? हाँ जी, पिटक। पिटक बौद्ध धर्म के जिहड़े पूरा साहित्य है ना उहनूं असीं पिटक बोल दिंदे आ ते पाली भाषा दे विच लिखिया गया सी। ऑप्शन सी इज द राइट आंसर है। हुण असीं इस तो पहलां जैन धर्म बारे पढ़िया सी तां उसदा मॉक टेस्ट भी लै लैंदे अज तुहाडा। ठीक है, तो सब तो पहला देखो कि आ कि भारत का आखिरी शासक कौन सी जिसने अपने आखिरी दिनों विच जैन धर्म अपनाया? हाँ जी, भारत का आखिरी शासक कौन सी जिसने अपने आखिरी दिनों के विच जैन धर्म अपनाया? तो वह सी जी चंद्रगुप्त मौर्य। ऑप्शन सी इज द राइट आंसर है। इन्हां ने मौर्य साम्राज्य की स्थापना की सी ते इन्हां तो इलावा तुहानूं MCQ ये आ सकता वा कि भारत विच सब तो पहला किहड़ा राज साम्राज्य जिहड़ा स्थापित होया सी तो वह मौर्य ही होया सी। ठीक है, इस गल का भी तुसीं ध्यान रखना। अगला प्रश्न है जी, किस भारतीय धर्म विच 24 तीर्थंकर सन? हाँ जी, 24 तीर्थंकर किहड़े भारतीय धर्म दे विच सन? ये सन जैन धर्म दे विच। ऑप्शन ए इज द राइट आंसर है। अगला प्रश्न है जी, जैनियां दा पहली तीर्थंकर हन। हाँ जी, जैनियां दा जिहड़ा पहला तीर्थंकर आ वो किहड़ा वा?
ਰਿਸ਼ਵਾ, ਠੀਕ ਹੈ। ਰਿਸ਼ਵਦੇਵ भी आ सकदा, ऑप्शन डी इज द राइट आंसर है। अगला प्रश्न है जी, तमिल विच जीवाका चिंतामणि का संबंध हेठ लिखियां विचों किस नाल संबंधित है? हाँ जी, तमिल दे विच जीवाका चिंतामणि का संबंध इन्हां दे विचों किस नाल है? जैन धर्म दे नाल। ऑप्शन ए इज द राइट आंसर। अगला प्रश्न, भारत विच जैन धर्म दे मोढी कौन सन? हाँ जी, भारत दे विच जैन धर्म दे मोढी कौन सन? महावीर। ऑप्शन नंबर बी इज द राइट आंसर है कि ये भारत दे विच जैन धर्म दे मोढी सन। ठीक है जी, इस गल का तुसीं ध्यान रखना। ते हाँ जी, महावीर स्वामी आ जिहड़े ये की आ जैन धर्म दे मोढी आ भारत दे विच, ये रियल फाउंडर मन्ने गए आ जैन धर्म दे। ठीक है, इस गल का तुसीं ध्यान रखना। हाँ जी, इस दे नाल साडी अज दी ये वीडियो खत्म हुंदी है। ते वीडियो तुहानूं किस तरह की लगी कृपा करके कमेंट बॉक्स दे विच जरूर दस देना। जेकर वीडियो चंगी लगी होवे तां प्लीज़ वीडियो नूं लाइक अते शेयर जरूर कर देना। धन्नवाद जी, थैंक्स फॉर वॉचिंग।